वाहिगुरु जी का खालसा वाहिगुरु जी की फतेह। दसा पातशाहियां दी हाजरा हजूर जोत श्री गुरु ग्रंथ साहिब पातशाह जी दी पावन हजूरी का आनंद माण रही सरबत साध संगत जीओ। भागा भरिया समा गुरु कृपा नाल मिलिया। आओ सतगुरां दी महिमा विच इहनूं सफला बनाइए। इतिहास के पावन पन्नियां तो आप जी ने सरवण कीता सी। दीन दुनिया दे वाली गुरु नानक साहब जदों मोदी खाने नूं लटाउण तो बाद मड़ियां शमशान की धरती ते जा बैठे, जिथे सारा पिंड सुल्तानपुर लोधी वध घट बोलदा है। चंगियां माड़ियां बोलियां लोकां ने मारियां। जयराम जी तो सतगुरां दा ये रूप संभालिया नहीं जाता। बड़े आश्चर्य हैं, कले बह बह रोते हैं। ऐसा की होया एकदम गुरु साहब ने अपना सुभाव बदल लिया। दूजे पासे चुगलखोरा ने भी हथ चुक लई। समय के नवाब कोल जाके बड़ियां बेहुदियां गल्लां कीतियां। नवाब साहब वो कोई फकीर नहीं है, तुहाडे तो डरदा होया मसाणा विच जाके बह के पखंड करदा है। वो तो लेखा जोखा हिसाब किताब नहीं दिता जाता। तुसीं एक बार हिसाब लो ते सही। निंदकां दीयां गल्लां दा असर नवाब ते बहुत छेती होया। उसे वेले उहने जयराम जी कोल हुक्म भेजिया, आओ तुहाडे नाल हिसाब किताब करना है। सुन के इन्हां तों सहारिया नहीं जांदा। जिस गल तो डरते सी उही सामने आ गई। इत्थों तक आप जियां ने इतिहास का पावन आनंद माणिया सी। आओ कुछ समा सतगुरां दे वरताए हुए जो जम सरवण करिए। पाओ प्रेम दी सांझ, गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहर सुन कर दूती नृपत, तब भरम्यो भेजियो दास। तूर न्यान बोलाए कै दे लिख ममरास। भाई बाला की इस पावन कथा का जिक्र गुरु अंगद देव साहिब जियां दे पावन चरण शरण विच बैठ के कर रहे हैं। इसे कथा को कलमबंद किया है महाकवि भाई संतोख सिंह जी ने। जदों गुरु नानक साहब जी की निंदिया घर घर होण लग पई, उही समाज जिहड़ा कल तक उन्हां कोल दान लैके सिफतां करदा सी, उही लोग अज निंदिया ते लक बन रहे ने। ते कुछ चुगलां ने जाके नवाब दे कंन भर दिते भी वो कोई साध नहीं है, तुहाडे तो डरिया साध बनिया होया है। जदों नवाब ने सुनिया उहदे मन विच भरम हो गया। हर माड़ी गल अंदर भरम पैदा करती है।
ਸਮੇਂ ਦੇ ਨਵਾਬ ਨੇ ਚੁਗਲਾਂ ਦੀਆਂ ਗੱਲਾਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਸੋਚਿਆ ਵੀ ਜਿਹੜਾ ਆਪ ਹੀ ਸ਼ਮਸ਼ਾਨ ਜਾ ਬੈਠਾ ਉਹ ਤੋਂ ਕੀ ਹਿਸਾਬ ਲੈਣਾ। ਭਾਵ ਕੀ ਹੈ? ਮਰਿਆ ਮੁਕਰਿਆ ਉਹਨਾਂ ਤੋਂ ਕੀ ਲੈਣਾ। ਉਹਨੇ ਉਸੇ ਵੇਲੇ ਹੁਕਮ ਜਾਰੀ ਕੀਤਾ, ਕੁਝ ਸੇਵਾਦਾਰ ਭੇਜੇ ਨੇ, ਜਾਓ ਸਤਿਗੁਰਾਂ ਦੇ ਜੀਜਾ ਜੈ ਰਾਮ ਜੀ ਨੂੰ ਮੇਰੇ ਕੋਲ ਲੈ ਕੇ ਆਓ, ਜਿਹਨੇ ਆਪਣੀ ਜ਼ਿੰਮੇਵਾਰੀ ਤੇ ਮੋਦੀਖਾਨਾ ਖੁਲਵਾਇਆ ਸੀ। ਸਿਪਾਹੀ ਭੱਜੇ ਘਰ ਆਏ। ਜੈ ਰਾਮ ਜੀ ਤੇ ਪਹਿਲਾਂ ਹੀ ਲੋਕਾਂ ਦੀਆਂ ਬੋਲੀਆਂ ਸੁਣ ਸੁਣ ਅੰਦਰ ਵੜ ਬੈਠੇ ਆ। ਇੱਕ ਤੇ ਗੁਰੂ ਸਾਹਿਬ ਦਾ ਇਹ ਸਹਾਰਿਆ ਨਹੀਂ ਜਾਂਦਾ ਜੋ ਬਣਾਇਆ ਚਿਹਰਾ, ਜੋ ਬਣਾਇਆ ਰੂਪ ਹੈ, ਦੁੱਖ ਹੈ। ਜਦੋਂ ਘਰ ਸਿਪਾਹੀ ਪਹੁੰਚ ਗਏ, ਧਰਤੀ ਤੇ ਪੱਬ ਨਹੀਂ ਲੱਗਦੇ, ਬੜੇ ਅਚਰਜ ਹੈਰਾਨ ਹੋਏ, ਪੁੱਛਦੇ ਕਿਉਂ ਆਏ ਹੋ? ਕਹਿੰਦੇ ਜੀ ਨਵਾਬ ਸਾਹਿਬ ਨੇ ਤੁਹਾਨੂੰ ਬੁਲਾਇਆ ਹੈ। ਕਿਸ ਵਾਸਤੇ? ਹਿਸਾਬ ਕਿਤਾਬ ਵਾਸਤੇ। ਪੈਰਾਂ ਤਲੇ ਜ਼ਮੀਨ ਖਿਸਕ ਗਈ। ਦੁਖੀ ਤੇ ਪਹਿਲਾਂ ਹੀ ਬੜੇ ਸੀ। ਸਮਝ ਲਓ ਜਿੱਥੇ ਇੰਨੇ ਦੁੱਖ ਸੀ ਉੱਥੇ ਇੱਕ ਦੁੱਖਾਂ ਦਾ ਪਹਾੜ ਹੋਰ ਢਹਿ ਗਿਆ। ਹੁਣ ਨਵਾਬ ਦਾ ਬੋਲ ਮੋੜਿਆ ਨਹੀਂ ਜਾ ਸਕਦਾ। ਕੋਈ ਸਮਾਂ ਸੀ, ਬੜਾ ਰਸੂਖ ਸੀ, ਬੜੀ ਇੱਜ਼ਤ ਸੀ, ਬੜਾ ਮਾਣ ਸੀ, ਪਰ ਵਹਿਮ ਨਹੀਂ ਕਰਨਾ ਚਾਹੀਦਾ। ਦੁਨੀਆ ਦੀਆਂ ਇੱਜ਼ਤਾਂ ਸਦਾ ਨਹੀਂ ਰਹਿੰਦੀਆਂ। ਸਮਾਜ ਦਾ ਸਤਿਕਾਰ ਤੇ ਸਮਾਜ ਦੀ ਮਿੱਠੀ ਬੋਲੀ ਸਦਾ ਤੁਹਾਡੇ ਲਈ ਨਹੀਂ ਵਰਤੀ ਜਾਏਗੀ। ਜੋ ਨਜ਼ਰਾਂ ਕਦੇ ਤੁਹਾਨੂੰ ਵੇਖਣ ਲਈ ਤਰਸਣਗੀਆਂ, ਇੱਕ ਦਿਨ ਉਹ ਨਜ਼ਰਾਂ ਜ਼ਹਿਰ ਦੀਆਂ ਭਰੀਆਂ ਵੀ ਹੋ ਸਕਦੀਆਂ। ਜਿਨ੍ਹਾਂ ਨਜ਼ਰਾਂ ਦੇ ਨਾਲ ਨਵਾਬ ਕਦੇ ਜੈ ਰਾਮ ਜੀ ਨੂੰ ਉੱਠ ਕੇ ਮਿਲਦਾ ਸੀ, ਅੱਜ ਉਹੀ ਨਜ਼ਰਾਂ ਨੀਚਾ ਵਿਖਾਉਣ ਤੇ ਤੁਲੀਆਂ ਨੇ। ਚੁੱਪ ਚਪੀਤੇ ਜੈ ਰਾਮ ਸਭਾ ਵਿੱਚ ਆਏ, ਆ ਕੇ ਸਲਾਮ ਕੀਤੀ, ਪਰ ਨਵਾਬ ਅੱਖਾਂ ਪਾੜ ਪਾੜ ਵੇਖਦਾ। ਅੱਖਾਂ ਉਹੀ ਨੇ, ਨਜ਼ਰੀਆ ਬਦਲਿਆ। ਕਿਵੇਂ ਬਦਲ ਗਿਆ? ਚੁਗਲਖੋਰਾਂ ਦੀ ਕਰਾਮਾਤ। ਇਸ ਧਰਤੀ ਤੇ ਜਿੱਥੇ ਬਹੁਤ ਵੱਡੀਆਂ ਵੱਡੀਆਂ ਤਾਕਤਾਂ ਦਾ ਜ਼ਿਕਰ ਹੁੰਦਾ ਹੈ, ਉੱਥੇ ਚੁਗਲਖੋਰ ਇੱਕ ਬਹੁਤ ਵੱਡੀ ਕਰਾਮਾਤ ਨੇ। ਦਿਨ ਨੂੰ ਰਾਤ ਬਣਾ ਸਕਦੇ ਆ, ਰਾਤ ਨੂੰ ਦਿਨ, ਟੁੱਟਿਆਂ ਨੂੰ ਜੋੜ ਸਕਦੇ ਤੇ ਜੁੜਿਆਂ ਨੂੰ ਤੋੜ ਸਕਦੇ। ਸਮੇਂ ਦਾ ਨਵਾਬ, ਉਹਨੇ ਜੈ ਰਾਮ ਦੀ ਸਲਾਮ ਦੁਆ ਵੀ ਕਬੂਲ ਨਹੀਂ ਕੀਤੀ। ਕਦੇ ਪਿਆਰ ਦੇ ਬੋਲ ਬੋਲਦਾ ਹੁੰਦਾ ਸੀ। ਜੈ ਰਾਮ ਆਏ, ਸਲਾਮ ਕੀਤੀ, ਕੋਲ ਬੈਠੇ। ਨਵਾਬ ਅੱਜ ਉਖੜਿਆ ਹੈ, ਕੁਛ ਰੁੱਖਾ ਹੈ, ਰੁੱਖਾਪਣ ਦਿਸਦਾ ਹੈ, ਕਿਉਂਕਿ ਗੱਲਾਂ ਦਾ ਜ਼ਹਿਰ ਕੰਨਾਂ ਵਿੱਚ ਜਿਹੜਾ ਘੋਲਿਆ ਉਹਦਾ ਅਸਰ ਹੋ ਰਿਹਾ। ਜੈ ਰਾਮ ਜੀ ਨੂੰ ਆਖਣ ਲੱਗਿਆ, ਆਓ ਤੁਹਾਨੂੰ ਹੀ ਉਡੀਕਦਾ ਸੀ। ਸਵਈਆ ਆਲੇ ਤੀਤਤ ਕਾਲਜ ਰਾਮ, ਬੁਲਾਏ ਕੈ ਬੋਲਤ ਦੌਲਤ ਖਾਨਾ। ਸਮੇਂ ਦਾ ਨਵਾਬ ਕਹਿੰਦਾ ਦੌਲਤ ਖਾਂ, ਜੈ ਰਾਮ ਜੀ ਅਸੀਂ ਚਾਹੁੰਦੇ ਆ ਹਿਸਾਬ ਕਿਤਾਬ ਮੋਤੀ ਖਾਨੇ ਦਾ ਕਰ ਲਈਏ। ਚਿੱਤ ਕਰਦਾ ਅੱਜ ਹਿਸਾਬ ਕਰਨ ਨੂੰ। ਜੈ ਰਾਮ ਜੀ ਕੀ ਆਖਣ? ਹਿਸਾਬ ਨਾ ਕਰੋ। ਚੁੱਪ ਨੇ, ਕਿਉਂਕਿ ਸਮੇਂ ਦੀ ਸਰਕਾਰ ਹੈ। ਦੌਲਤ ਖਾਂ ਸੁਲਤਾਨਪੁਰ ਲੋਧੀ ਦਾ ਰਾਜਾ ਹੈ। ਅੱਗੇ ਰਾਜਿਆਂ ਦੇ ਆਪਣੇ ਸ਼ਾਸਨ ਹੁੰਦੇ ਸੀ, ਸ਼ਰ੍ਹਾ ਹੁੰਦੀ ਸੀ, ਕਿਸੇ ਨੂੰ ਨਹੀਂ ਬਖਸ਼ਦੇ। ਜਿਹੜਾ ਆ ਗਿਆ ਮਰਜ਼ੀ ਹੈ, ਜਿਹਨੂੰ ਮਰਜ਼ੀ ਛੱਡ ਦੇ ਤੇ ਜਿਹਨੂੰ ਮਰਜ਼ੀ ਮਾਰ ਦੇ। ਹੁਣ ਭਰੀ ਸਭਾ ਲੱਗੀ ਹੈ, ਦਰਬਾਰ ਸਜਿਆ ਹੋਇਆ ਹੈ। ਜੈ ਰਾਮ ਜੀ ਦਾ ਮਨ ਵੀ ਭਰਿਆ ਹੋਇਆ, ਅੰਦਰੋਂ ਅੰਦਰ ਰੋ ਰਹੇ ਨੇ ਵੀ ਇਹ ਮੇਰੇ ਸਾਹਿਬਾ, ਕੱਲ ਤੱਕ ਦੁਨੀਆ ਤੁਹਾਡੇ ਕਰਕੇ ਸਾਨੂੰ ਨਮਸਕਾਰਾਂ ਕਰਦੀ ਸੀ, ਅੱਜ ਜ਼ਮਾਨਾ ਤੁਹਾਡਾ ਨਾਂ ਲੈ ਲੈ ਕੇ ਸਾਨੂੰ ਵੀ ਭੰਡਦਾ ਹੈ। ਵਕਤ ਦੀਆਂ ਗੱਲਾਂ ਨੇ। ਕਦੇ ਲੋਕ ਸਾਡੇ ਦਰਵਾਜ਼ੇ ਨੂੰ ਮੱਥਾ ਟੇਕ ਜਾਂਦੇ ਸੀ ਵੀ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ, ਪਰਿਵਾਰ ਹੈ, ਤੇ ਅੱਜ ਉਸੇ ਸਭਾ ਦੇ ਵਿੱਚ ਪੇਸ਼ ਹੋਣਾ ਪੈ ਗਿਆ ਜਿੱਥੇ ਕਦੇ ਨਵਾਬ ਗੁਰੂ ਸਾਹਿਬ ਦੀ ਮਹਿਮਾ ਗਾਉਂਦਾ ਹੁੰਦਾ ਸੀ। ਇੱਕ ਬੰਦੇ ਦੇ ਬਦਲਣ ਕਰਕੇ ਸਭ ਕੁਝ ਬਦਲਿਆ ਪਿਆ ਏ। ਸਾਲ ਕੋ ਲਿਖਾ ਵਿਸਾਲ ਲਖੋ, ਅਬ ਦੇਵੋ ਜਾਂ ਬਿਦ ਸੋ ਮਨ ਮਾਨਾ। ਨਵਾਬ ਸਾਹਿਬ ਦੇ ਸਾਹਮਣੇ ਆਖਣ ਲੱਗੇ ਜੈ ਰਾਮ ਜੀ, ਕਹਿੰਦੇ ਹਾਂਜੀ ਸਰਕਾਰ, ਜੇ ਤੁਸੀਂ ਚਾਹੁੰਦੇ ਹੋ ਹਿਸਾਬ ਕਿਤਾਬ ਕਰ ਲਓ। ਕਹਿੰਦੇ ਕਰ ਨਹੀਂ ਲਓ, 1 ਸਾਲ ਦਾ ਹਿਸਾਬ ਕਿਤਾਬ ਤੈਨੂੰ ਦੇਣਾ ਪੈਣਾ। ਬੋਲੀ ਬਦਲੀ ਹੋਈ ਹੈ।
ਤਰੀਕਾ ਬਦਲ ਗਿਆ, ਸਲੀਕਾ ਬਦਲ ਗਿਆ। ਅੱਜ ਉਸੇ ਸਭਾ ਦੇ ਵਿੱਚ ਰੁੱਖੇ ਸ਼ਬਦ ਵਰਤੇ ਜਾ ਰਹੇ ਨੇ ਨਵਾਬ ਵੱਲੋਂ। ਸਭ ਚੁਗਲਾਂ ਦੀ ਕਿਰਪਾ ਹੈ। ਕਹਿੰਦਾ 1 ਸਾਲ ਦਾ ਹਿਸਾਬ ਕਿਤਾਬ ਲੈਣਾ। ਇਹ ਤੇ ਸੋਚੀ ਇਹ ਨਹੀਂ ਸੀ ਕਦੇ ਜੈਰਾਮ ਜੀ ਨੇ ਵੀ 1 ਸਾਲ ਦਾ ਹਿਸਾਬ ਵੀ ਹੋ ਜੂ। ਅੱਗੇ 2-2 ਮਹੀਨਿਆਂ ਦੇ ਹਿਸਾਬ ਕਿਤਾਬ ਦੇ ਵਿੱਚ ਇੰਨਾ ਔਖਾ ਹੋ ਜਾਂਦਾ ਹੈ। 1 ਸਾਲ ਦਾ ਹਿਸਾਬ ਕਿਤਾਬ ਸਿਰਫ ਤੁਹਾਡੇ ਤੋਂ ਹੀ ਲੈਣਾ ਹੈ, ਤੇ ਲੈਣਾ ਵੀ ਅੱਜ ਕੱਲ ਵਿੱਚ ਹੈ। ਬਾਕੀ ਜਿਤੀ ਨਿਕਸੇ ਹਮਰੇ, ਸਭ ਤੋਂ ਢਿਗਲੇ ਵਹਿ ਜਾਨ ਨਾ ਛਾਨਾ। ਤੇ ਹੁਣ ਨਵਾਬ ਨੇ ਅਗਲਾ ਸ਼ਬਦ ਪਤਾ ਕੀ ਆਖਿਆ? ਬੋਲੀ ਵੇਖੋ ਕਿੱਦਾਂ ਦੀ। ਕਹਿੰਦਾ ਜੇ ਘਾਟਾ ਪਿਆ 1 ਸਾਲ ਦੇ ਹਿਸਾਬ ਕਿਤਾਬ ਦੇ ਵਿੱਚੋਂ, ਜੈ ਰਾਮ ਜੀ ਤੁਹਾਡੀ ਜੇਬ ਚੋਂ ਪੂਰਾ ਕਰਨਾ। ਉਹਨੇ ਵਾਅਦੇ ਦਾ ਜ਼ਿਕਰ ਨਹੀਂ ਕੀਤਾ, ਕਿਉਂਕਿ ਗੱਲਾਂ ਹੀ ਐਸੀਆਂ ਸੁਣ ਲਈਆਂ ਲੋਕਾਂ ਤੋਂ। ਲੋਕਾਂ ਨੇ ਭਟਕਾ ਇਦਾਂ ਦਿੱਤਾ, ਭਰਮਾ ਦਿੱਤਾ ਵੀ ਵਾਧਾ ਬੁੱਧਾ ਤੇ ਸੁਪਨੇ 'ਚ ਭੁੱਲ ਜਾਊ, ਤੇ ਆਪ ਪਤਾ ਤਾਂ ਸ਼ਮਸ਼ਾਨ 'ਚ ਬੈਠਾ ਜਾ ਕੇ ਵੀ ਘਾਟਾ ਹੀ ਬਹੁਤ। ਤੇ ਲੋਕਾਂ ਦੀਆਂ ਗੱਲਾਂ ਸੁਣ ਕੇ ਇਤਬਾਰ ਇੰਨਾ ਕਰ ਲਿਆ, ਝੂਠ ਨੂੰ ਸੱਚ ਬਣਾ ਕੇ ਬਹਿ ਗਿਆ ਨਵਾਬ। ਮਾੜੀ ਕਿਸਮਤ ਹੈ ਨਵਾਬ ਦੀ। ਜੈ ਰਾਮ ਜੀ ਨੂੰ ਕਹਿੰਦਾ ਮੈਨੂੰ ਨਹੀਂ ਪਤਾ, ਮੈਨੂੰ ਘਾਟਾ ਪੂਰਾ ਚਾਹੀਦਾ ਹੈ। ਭਾਵੇਂ ਘਰ ਗਹਿਣੇ ਰੱਖੋ, ਜ਼ਮੀਨ ਰੱਖੋ, ਆਪਣੀ ਨੌਕਰੀ ਰੱਖੋ, ਮੈਂ ਹਿਸਾਬ ਕਿਤਾਬ ਦੇ ਵਿੱਚ 1-1 ਪੈਸਾ ਤੁਹਾਡੇ ਕੋਲੋਂ ਲੈਣਾ ਹੈ। ਦੇਣਦਾਰ ਤੁਸੀਂ ਹੋਵੋਗੇ। ਘਾਟ ਕਿਦੋਂ ਵੱਧ ਰਾਟ ਬਟੋਰਹੁ, ਡਾਟ ਕਹੀਂ ਬਚੇ ਹਾਟ ਇਆਨਾ। ਜੈ ਰਾਮ ਜੀ ਨੂੰ ਤੇ ਸੁੱਝਦਾ ਹੀ ਕੁਛ ਨਹੀਂ ਸੁਣ ਕੇ। ਅਚਨਚੇਤ ਦੁੱਖਾਂ ਦੇ ਪਹਾੜ ਟੁੱਟੇ ਤੇ ਨਵਾਬ ਨੇ ਇਹੋ ਜਿਹੀ ਗੱਲ ਕਹਿਤੀ। ਜਦੋਂ ਜੈ ਰਾਮ ਆਖਣ ਲੱਗੇ ਕਹਿੰਦੇ ਠੀਕ ਹੈ ਜੀ ਕਰ ਲਓ ਫਿਰ ਹਿਸਾਬ, ਹੋਰ ਤੇ ਕੁਛ ਕਹਿ ਹੀ ਨਹੀਂ ਸਕਦੇ ਹੋ। ਤੇ ਨਵਾਬ ਅੱਗੋਂ ਕਹਿੰਦੇ ਕੌੜਾ ਬੋਲਿਆ ਰਾਠ। ਸਮੇਂ ਦੇ ਨਵਾਬ ਨੇ ਰੁੱਖੇ ਸ਼ਬਦ ਵਰਤੇ। ਕਹਿੰਦਾ ਹਿਸਾਬ ਤਾਂ ਇੱਥੋਂ ਨਹੀਂ ਕਰੂੰ ਤੇ ਕਿਉਂ ਕਰੂੰਗਾ? ਭਾਵੇਂ ਘਾਟਾ ਹੋਵੇ ਭਾਵੇਂ ਵਾਧਾ, ਮੈਨੂੰ ਕੋਈ ਲਿਹਾਜ਼ ਨਹੀਂ। ਮੈਂ ਬੜੀਆਂ ਲਿਹਾਜ਼ਾਂ ਕੀਤੀਆਂ ਤੇਰੇ ਨਾਲ, ਪਰ ਤੁਸੀਂ ਸਾਡੀ ਬਦਨਾਮੀ ਕਰਵਾਈ ਹੈ। ਸਮੇਂ ਦੀ ਹਕੂਮਤ ਦੀ ਬਦਨਾਮੀ ਹੈ। ਕਿਉਂਕਿ ਜੋ ਕੱਲ ਪਰਸੋਂ ਮੋਦੀ ਖਾਨਾ ਲੁਟਾਇਆ ਗਿਆ ਨਾ, ਦਾਨ ਤੇ ਗੁਰੂ ਸਾਹਿਬ ਨੇ ਕੀਤਾ ਹੈ। ਲੁੱਟਣ ਵਾਲਿਆਂ ਲੁੱਟ ਲਿਆ ਤੇ ਨਿੰਦਕਾਂ ਦੇ ਪੈ ਗਈ ਢਿੱਡ ਪੀੜ। ਉਹਨਾਂ ਨੇ ਨਵਾਬ ਨੂੰ ਇਹੋ ਜਿਹਾ ਭਰਿਆ ਵੀ ਵੇਖ ਤੇਰੇ ਤਾਲੇ ਤੋੜਤੇ, ਤੇਰੀਆਂ ਮੋਹਰਾਂ ਪੱਟ ਗਈਆਂ, ਤੈਨੂੰ ਤੇ ਸਮਝਦਾ ਹੀ ਕੁਛ ਨਹੀਂ ਹੋ। ਤੇ ਨਵਾਬ ਦੀ ਕਿਤੇ ਨਾ ਕਿਤੇ ਈਗੋ ਦੀ ਗੱਲ ਆ ਗਈ ਹੈ, ਹਉਮੈ ਨੂੰ ਠੇਸ ਵੱਜੀ ਹੋਈ ਹੈ। ਇਸ ਕਰਕੇ ਉਹ ਜੈ ਰਾਮ ਜੀ ਨੂੰ ਵੀ ਨਹੀਂ ਬਖਸ਼ ਰਿਹਾ, ਕੌੜੇ ਸ਼ਬਦ ਵਰਤ ਰਹੇ ਹੈ। ਜਿਸ ਸਭਾ ਵਿੱਚ ਕਦੇ ਇੱਜ਼ਤਾਂ ਹੋਈਆਂ ਹੋਣ, ਕਦੇ ਸਨਮਾਨ ਹੋਇਆ ਹੋਵੇ, ਉਸ ਸਨਮਾਨਯੋਗ ਵਿਅਕਤੀ ਨੂੰ ਕੋਈ ਓਏ ਵੀ ਆਖੇ ਤੇ ਜਾਨ ਨਿਕਲ ਜਾਂਦੀ ਹੈ। ਜੈ ਰਾਮ ਜੀ ਨੇ ਪਤਾ ਨਹੀਂ ਕਿਵੇਂ ਬਰਦਾਸ਼ਤ ਕੀਤਾ ਹੋਣਾ। ਉਹ ਵਾਕਈ ਜਾਣਦਾ ਹੈ, ਕੁਛ ਨਾ ਬੋਲੇ। ਦੋਨੇ ਹੱਥ ਜੋੜੇ ਨੇ, ਦੋਹਰ ਤਪਿਓ ਲੋਹੇ ਬਿਨ ਪਾਕ ਪਰ, ਲਗ ਸੰਕਟ ਅਦਕਾਏ, ਤਿਉ ਸੁਣ ਬਚਨ ਨਰੀਸ਼ ਕੇ, ਉਠਿਓ ਹਿਰਦੈ ਕਲਾਏ। ਜਿਸ ਵੇਲੇ ਜੈ ਰਾਮ ਜੀ ਨੇ ਇਹ ਸ਼ਬਦ ਸੁਣੇ ਨਾ ਸਤਿਗੁਰਾਂ ਦੇ ਜੀਜਾ ਜੀ ਨੇ, ਕਹਿੰਦੇ ਅੰਦਰੋਂ ਹੂਕ ਨਿਕਲੀ, ਤੜਫ ਗਏ ਖੜੇ ਖੜੇ, ਵਿਆਕੁਲ ਹੋ ਗਏ। ਹਾਲਤ ਐਸੀ ਬਣ ਗਈ। ਭਾਈ ਬਾਲਾ ਜੀ ਲਿਖਦੇ ਆ, ਕਹਿੰਦੇ ਕਿਸੇ ਦੇ ਗੋਡੇ ਤੇ ਹੋਇਆ ਹੋਵੇ ਫੋੜਾ, ਭਰਿਆ ਪਿਆ ਹੋਵੇ। ਹੁਣ ਜਦੋਂ ਗੋਡਾ ਮੁੜਦਾ ਦਰਦ ਕਿੰਨਾ ਹੁੰਦਾ ਹੈ। ਕਹਿੰਦੇ ਇੱਕ ਵਿਅਕਤੀ ਤਰਸ ਨਾ ਕਰੇ ਜਿਸ ਫੋੜੇ ਵਿੱਚ ਦਰਦ ਸੀ, ਭਰਿਆ ਪਿਆ ਸੀ ਪਾਕ ਨਾਲ। ਕਹਿੰਦੇ ਕਿਸੇ ਨੇ ਸਰੀਆ ਕੀਤਾ ਲਾਲ ਉਸ ਫੋੜੇ 'ਚ ਦਸਾਂਦਾ। ਕਿੰਨਾ ਦਰਦ ਹੈ, ਇਮਤਿਹਾਨ ਹੀ ਦਰਦ ਦੀ। ਕਹਿੰਦੇ ਜਿਵੇਂ ਉਸ ਫੋੜੇ ਨੂੰ ਪਾੜਿਆ ਗਿਆ ਗਰਮ ਸਲਾਈ ਦੇ ਨਾਲ, ਸਾੜਿਆ ਗਿਆ, ਉਹ ਤੇ ਪਹਿਲਾਂ ਹੀ ਸੜਦਾ ਸੀ ਦਰਦਾਂ। ਕਹਿੰਦੇ ਐਦਾਂ ਦਾ ਦਰਦ ਜੈ ਰਾਮ ਜੀ ਦੇ ਅੰਦਰ ਹੋਇਆ। ਮਨਾ ਮੈਂ ਮਰ ਕਿਉਂ ਨਾ ਗਿਆ, ਇਹ ਮੇਰੇ ਨਾਲ ਕੀ ਹੋ ਗਿਆ? ਜਦ ਲੋੜ ਤੋਂ ਵੱਧ ਕੇ ਪ੍ਰੈਸ਼ਰ ਹੋ ਜਾਏ ਨਾ, ਹਰ ਚੀਜ਼ ਦਾ ਪ੍ਰੈਸ਼ਰ ਹੈ, ਸੁੱਖਾਂ ਦਾ ਵੀ ਪ੍ਰੈਸ਼ਰ ਹੈ, ਦੁੱਖਾਂ ਦਾ ਵੀ ਹੈ। ਦੁੱਖ ਆ ਜਾਣ, ਇੰਨੇ ਆ ਜਾਂਦੇ, ਕਈ ਵਾਰ ਬੰਦਾ ਸੋਚਦਾ ਯਾਰ ਇਹੋ ਜਿਹੀ ਜ਼ਿੰਦਗੀ ਨਾਲੋਂ ਤੇ ਮੈਂ ਮਾਰੀ ਜਾਵਾਂ ਤੇ ਚੰਗਾ ਹੈ। ਉਹ ਕੀ ਹੈ? ਪ੍ਰੈਸ਼ਰ ਹੈ, ਪ੍ਰੈਸ਼ਰ ਬਿਲਡ ਹੋ ਗਿਆ, ਲੋੜ ਪੈ ਗਿਆ ਦਿਮਾਗ ਤੇ। ਜਦੋਂ ਜੈ ਰਾਮ ਜੀ ਨੇ ਸੁਣਿਆ ਨਾ ਨਵਾਬ ਕੋਲੋਂ, ਧਰਤੀ ਤੇ ਖੜਿਆ ਨਹੀਂ ਜਾਂਦਾ, ਸਰੀਰ ਕੰਬਦਾ ਏ, ਅੰਦਰੋਂ ਧਾਰ ਨਿਕਲੀ, ਅੱਖਾਂ ਚੋਂ ਹੰਝੂ ਆ ਗਏ। ਮਨਾ ਮੇਰਿਆ ਇੰਨੀ ਦੁਨੀਆ ਨੂੰ ਦਾਨ ਕਰਕੇ ਆ ਵੀ ਦਿਨ ਦੇਖਣੇ ਸੀ। ਆਖੋ ਸਤਿਨਾਮ। ਕੀ ਕੀਤਾ ਦੁਨੀਆ ਨੇ?
ਉਹੀ ਦੁਨੀਆ ਜਿਨ੍ਹਾਂ ਨੂੰ ਦਿਨ ਰਾਤ ਗੁਰੂ ਸਾਹਿਬ ਖਵਾਉਂਦੇ ਸੀ, ਦਾਨ ਕਰਦੇ ਸੀ, ਉਹਨਾਂ ਲੋਕਾਂ ਦੀ ਕਟਹਿਰੇ 'ਚ ਖੜਾ ਕਰਤਾ ਲਿਆ। ਪਰ ਹੁਣ ਨਵਾਬ ਕਹਿੰਦਾ ਹੈ ਲਿਹਾਜ਼ ਕੋਈ ਨਹੀਂ, ਮੈਂ ਹਿਸਾਬ ਕਿਤਾਬ 1 ਸਾਲ ਦਾ ਲੈਣਾ ਹੈ, ਮਨਾ ਮੇਰਿਆ। ਗੁਰੂ ਨਾਨਕ ਸਾਹਿਬ ਜੀ ਨੇ ਤੇ ਹਿਸਾਬ ਵਿੱਚ ਆਉਣਾ ਨਹੀਂ। ਜੈਰਾਮ ਅੰਦਰੇ ਅੰਦਰ ਖਿਆਲ ਕਰਦੇ ਆ ਵੀ ਹੁਣ ਇਸ ਹਿਸਾਬ ਕਿਤਾਬ ਦੇ ਵਿੱਚ ਮੈਂ ਫਸਣਾ ਏ। ਫਸਣਾ ਇਸ ਕਰਕੇ ਹੈ ਵੀ ਜਿਹੜਾ ਮੋਦੀਖਾਨਾ ਲੁੱਟਿਆ ਗਿਆ ਕੱਲ ਪਰਸੋਂ, ਸਭ ਨੇ ਮਨ ਭਾਉਂਦੀਆਂ ਚੀਜ਼ਾਂ ਚੁੱਕੀਆਂ ਨੇ, ਉਹ ਰਿਕਾਰਡ 'ਚ ਤੇ ਲਿਖੀਆਂ ਨਹੀਂ, ਕਿੱਥੋਂ ਪੂਰੀਆਂ ਹੋਣਗੀਆਂ। ਬਹੁਤ ਵੱਡਾ ਭਾਰ ਪੈ ਗਿਆ, ਅੱਖਾਂ 'ਚ ਹੰਝੂਆਂ ਦੀ ਧਾਰਾ ਵਗਦੀ ਹੈ। ਪਰ ਨਵਾਬ ਨੂੰ ਅੱਜ ਇਹ ਹਾਲਤ ਵੇਖ ਤਰਸ ਨਹੀਂ ਆਉਂਦਾ। ਸੱਚਮੁੱਚ ਜਦੋਂ ਵਿਅਕਤੀ ਕਿਸੇ ਦੀਆਂ ਗੱਲਾਂ ਦਾ ਜ਼ਹਿਰ ਦਿਲ ਵਿੱਚ ਘੋਲਦਾ ਨਾ, ਸਾਹਮਣੇ ਤਰਫ ਦੇ ਮਜ਼ਲੂਮ ਉੱਤੇ ਵੀ ਕਦੇ ਦਇਆ ਤੇ ਤਰਸ ਨਹੀਂ ਆਉਂਦਾ। ਜਦੋਂ ਹੰਕਾਰ ਪ੍ਰਬਲ ਹੋਵੇ, ਹੰਕਾਰੀ ਬੰਦਾ ਕਿਸੇ ਤੇ ਤਰਸ ਕਰਦਾ ਹੈ। ਹਰਨਾਕਸ਼ ਨੇ ਕੀਤਾ ਕਦੇ ਆਪਣੇ ਪੁੱਤਰ ਪ੍ਰਹਿਲਾਦ ਤੇ? ਜਾਂ ਔਰੰਗਜ਼ੇਬ ਬਾਦਸ਼ਾਹ ਕਿੱਡਾ ਹੰਕਾਰੀ ਸੀ, ਹੰਕਾਰ ਬੋਲਦਾ ਸੀ ਅੰਦਰ, ਉਹਨੇ ਤਰਸ ਕੀਤਾ ਆਪਣੇ ਭਰਾਵਾਂ ਤੇ ਜਾਂ ਪਿਤਾ ਤੇ? ਨਹੀਂ। ਨਵਾਬ ਆਪਣੀ ਨਿੰਦਿਆ ਸੁਣ, ਗੁਰੂ ਨਾਨਕ ਸਾਹਿਬ ਦੇ ਬਾਰੇ ਸੁਣ ਕੇ ਇੰਨਾ ਕਲਪ ਗਿਆ ਸੀ, ਉਹ ਬਦਲਾ ਲੈਣਾ ਚਾਹੁੰਦਾ ਜੈਰਾਮ ਜੀ ਦੇ ਕੋਲੋਂ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਦੁਆਰਾ ਇਹਨਾਂ ਨੂੰ ਸ਼ਰ੍ਹਾ 'ਚ ਬੰਨ੍ਹਣਾ। ਅਸਲ ਗੱਲ ਇਹ ਹੈ ਵੀ ਜਦੋਂ ਇਹਨਾਂ ਦਾ ਨਿਕਲੂ ਜਲੂਸ, ਮੈਂ ਜਲੂਸ ਸ਼ਬਦ ਵਰਤਿਆ, ਉਹਨੇ ਕੱਢਣਾ ਚਾਹਿਆ, ਇਸ ਤੋਂ ਉੱਪਰ ਕੀ ਨਿਕਲੂਗਾ? ਭਰੀ ਸਭਾ 'ਚ ਪੇਸ਼ ਕਰ ਲਿਆ, ਉੱਥੇ ਜਾ ਕੇ ਖੜੇ ਕਰ ਲਿਆ, ਆਖਦੇ ਆ 1 ਸਾਲ ਦਾ ਹਿਸਾਬ ਕਿਤਾਬ ਦੇ ਦਿਓ। ਹਿਸਾਬ ਵੀ ਉਹਨਾਂ ਤੋਂ ਮੰਗਿਆ ਜਾਂਦਾ ਜਿਨ੍ਹਾਂ ਨੂੰ ਇਹ ਨਹੀਂ ਪਤਾ ਕੱਲ ਕੀ ਦਿੱਤਾ ਸੀ ਤੇ ਅੱਜ ਕੀ ਦੇਣਾ। ਜੈਰਾਮ ਜੀ ਨੂੰ ਕੀ ਪਤਾ ਮੋਦੀਖਾਨੇ 'ਚ ਕੀ ਹੋ ਰਿਹਾ। ਹਿਸਾਬ ਕਿਤਾਬ ਦੇ ਕਰਤਾ ਤੇ ਮਾਲਕ ਨੇ ਗੁਰੂ ਨਾਨਕ ਸਾਹਿਬ ਤੇ ਜਾ ਭਾਈ ਬਾਲਾ ਜੀ, ਕਿਤੇ ਹਮਦਰਦ ਨਹੀਂ ਹੁੰਦਾ। ਪਰ ਅੱਜ ਹਮਦਰਦੀ ਕੈਸੀ ਬਣ ਗਈ ਦੁਨੀਆ ਸਾਹਮਣੇ। ਸਮੇਂ ਦਾ ਨਵਾਬ ਆਖੇ ਮੈਨੂੰ ਕਿਸੇ ਗੱਲ ਦਾ ਨਹੀਂ ਪਤਾ, ਮੈਨੂੰ ਕੋਈ ਬਹਾਨਾ ਨਹੀਂ ਚਾਹੀਦਾ। ਜੈਰਾਮ ਜੀ ਹਿਸਾਬ ਦਿਓ, ਪਾਈ ਦਾ ਹਿਸਾਬ ਚਾਹੀਦਾ, ਕੌਡੀ ਦਾ ਹਿਸਾਬ ਤੁਸੀਂ ਇੱਥੇ ਰੱਖ ਦਿਓ। ਚਿੰਤਾ ਨਦੀ ਪ੍ਰਵਾਹੀ ਮੈਂ ਬਹਿਓ ਅਲੰਬ ਨਾ ਪਾਏ। ਜਦੋਂ ਕੋਈ ਸਹਾਰਾ ਨਾ ਮਿਲਿਆ ਕਿਸੇ ਪਾਸੇ ਤੋਂ, ਟੁੱਟਦਿਆਂ ਜ਼ਮਾਨਾ ਤੋੜ ਰਿਹਾ ਹੈ। ਦੁਖੀ ਬੰਦੇ ਨੂੰ ਸਭ ਸਤਾਉਣ ਵਾਲੇ ਤੇ ਤਰਸਾਉਣ ਵਾਲੇ ਮਿਲਦੇ ਹੁੰਦੇ ਆ। ਜੈਰਾਮ ਜੀ ਨੂੰ ਕੁਝ ਸਮਝ ਨਹੀਂ ਆਉਂਦਾ, ਮੈਂ ਕਿਹਨੂੰ ਆਖਾਂ, ਕਿਹਨੂੰ ਕੀ ਕਹਾਂ, ਭਾਈ ਬਾਲੇ ਨੂੰ ਮਿਲਾਂ ਨਾ ਮਿਲਾਂ। ਅਸਲ ਵਿੱਚ ਪੈਸੇ ਤੇ ਆਪ ਭਰਨੇ ਪੈਣਗੇ ਜੀ, ਘਾਟਾ ਹੋ ਗਿਆ। ਉਹ ਵੀ 1 ਸਾਲ ਦਾ ਹਿਸਾਬ ਕਿਤਾਬ ਕੋਈ ਛੋਟਾ ਨਹੀਂ ਹੈ, ਜਿੱਥੇ ਇੱਕ ਮਹੀਨੇ ਦਾ ਹਿਸਾਬ ਕਿਤਾਬ 365 ਨਿਕਲਦਾ ਰਿਹਾ ਤੇ ਸਾਲ ਦਾ ਕਿੱਥੇ ਜਾਊਗਾ। ਚਿੰਤਾ ਦੇ ਪ੍ਰਵਾਹ 'ਚ ਡੁੱਬੇ ਨੇ, ਕੁਝ ਸਮਝ ਨਹੀਂ ਆਉਂਦਾ। ਕਦੇ ਮਰ ਜਾ ਕੇ ਅਰਦਾਸ ਕਰ ਲੈਂਦੇ ਆ, ਕਦੇ ਆਪਣਾ ਮਨ ਸਮਝਾ ਲੈਂਦੇ ਆ। ਬਾਦਸ਼ਾਹ ਰਾਜਾ ਫਿਰ ਕਹਿੰਦਾ ਜੈਰਾਮ ਜੀ ਸੋਚਣ ਦਾ ਵੇਲਾ ਨਹੀਂ ਹੈ, ਛੇਤੀ ਕੋਈ ਫੈਸਲਾ ਦੱਸੋ। ਹੋਏ ਅਧੀਰ ਵਿਚਾਰੀ ਕਿਆ ਇਸ ਕੋ ਅਲਾਈ। ਉਸ ਵੇਲੇ ਨਵਾਬ ਦੇ ਸਾਹਮਣੇ ਹੱਥ ਜੋੜੇ ਜੈਰਾਮ ਜੀ ਨੇ, ਕਹਿੰਦੇ ਮੈਨੂੰ ਸੋਚਣ ਦਾ ਤੇ ਵਕਤ ਦੇ ਦਿਓ। ਜ਼ਾਲਮ ਸਰਕਾਰਾਂ ਕਦੇ ਮੌਲਤ ਨਹੀਂ ਦਿੰਦੀਆਂ, ਕਦੇ। ਨਵਾਬ ਕਹਿੰਦਾ ਹੁਣ ਸਮਾਂ ਕਾਹਦਾ, 1 ਸਾਲ ਪਹਿਲਾਂ ਹੋ ਗਿਆ। ਕਿਉਂਕਿ ਨਵਾਬ ਨੂੰ ਇਹ ਲੱਗਦਾ ਹੈ ਵੀ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਸ਼ਮਸ਼ਾਨ ਚੋਂ ਵੀ ਕਿਤੇ ਦੂਰ ਚਲੇ ਗਏ, ਮੈਂ ਕਿੱਥੋਂ ਪੱਲੇ ਪਾ ਦਿਆਂਗਾ। 1000 ਰੁਪਇਆ ਉਹਨਾਂ ਸਮਿਆਂ ਦਾ 100 ਰੁਪਇਆ ਵੀ ਹਜ਼ਾਰਾਂ ਵਰਗਾ ਏ, ਲੱਖਾਂ ਵਰਗਾ ਏ। ਇਸੇ ਕਰਕੇ ਉਹ ਜੈਰਾਮ ਦੀ ਇੱਕ ਨਹੀਂ ਸੁਣਦਾ। ਜੈਰਾਮ ਕਹਿੰਦੇ ਮੈਨੂੰ 1 ਦਿਨ ਤਾਂ ਦੇ ਦਿਓ, 24 ਘੰਟੇ ਦੀ ਮੌਲਤ ਦੇ ਦਿਓ, ਮੈਂ ਭੱਜਦਾ ਨਹੀਂ ਜੀ, ਇੱਥੇ ਹੀ ਬਸ ਨਾ ਇੱਕ ਕੌਡੀ ਦਾ ਹਿਸਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਪਰ ਮੈਨੂੰ ਨਹੀਂ ਪਤਾ ਮੋਦੀਖਾਨੇ 'ਚ ਕੀ ਘਾਟਾ ਤੇ ਕੀ ਵਾਧਾ। ਜਿਨ੍ਹਾਂ ਦਾ ਮੋਦੀਖਾਨਾ ਹੈ, ਜਿਨ੍ਹਾਂ ਨੇ ਕੀਤਾ, ਮੈਨੂੰ ਉਹਨਾਂ ਨਾਲ ਗੱਲ ਕਰਨ ਦਾ ਸਮਾਂ ਤੇ ਦਿਓ ਨਾ। ਮੈਂ ਪੁੱਛਾਂ ਤੇ ਸਹੀ ਜਾ ਕੇ ਵੀ ਹਿਸਾਬ ਕਿਤਾਬ ਕਿੰਨਾ ਰਹਿੰਦਾ ਏ। ਸ਼੍ਰੀ ਨਾਨਕ ਤਕ ਆਸਰਾ ਪਤ ਰੱਖੇ ਮਮ ਸੋਏ। ਆਖਰਕਾਰ ਜੈਰਾਮ ਜੀ ਨੇ ਮਨ 'ਚ ਭਰੋਸਾ ਕੀਤਾ, ਆਪਣੀ ਪਤਨੀ ਵੱਲ ਵੇਖਿਆ ਵੀ ਉਹਨਾਂ ਦਾ ਬੜਾ ਵੱਡਾ ਅਕੀਦਾ ਹੈ ਗੁਰੂ ਸਾਹਿਬ ਤੇ। ਮਨ ਹੀ ਮਨ ਖੜਿਆ ਅਰਦਾਸ ਕੀਤੀ, ਸੱਚੇ ਪਾਤਸ਼ਾਹ ਤੁਹਾਡੇ ਦਰ ਤੇ ਜਿਹੜਾ ਦੁਖੀ ਰੋਂਦਾ ਆਇਆ ਤੁਸੀਂ ਹਸਾ ਕੇ ਤੋਰਿਆ, ਝੋਲੀ ਭਰ ਕੇ ਭੇਜਿਆ। ਮੈਂ ਨਵਾਣਾ ਤੁਹਾਡੇ ਦਰ ਤੇ ਖੜਿਆ, ਅੱਜ ਕਿਰਪਾ ਕਰਕੇ ਮੇਰੀ ਇੱਜ਼ਤ ਪਾਤਰ ਕਾਜ ਲਓ। ਆਖੋ ਸਤਿਨਾਮ। ਅੰਦਰੋਂ ਅਰਦਾਸ, ਦੁੱਖ ਵਿੱਚ ਰੱਬ ਚੇਤੇ ਹੁੰਦਾ।
ਮਨ ਹੀ ਮਨ ਅਰਦਾਸ ਕਰਦੇ ਆ, ਕਿਉਂਕਿ ਹੋਰ ਕਿਨਾਰਾ ਨਹੀਂ ਦਿਸਦਾ, ਸਮਝ ਨਹੀਂ ਆਉਂਦੀ ਕਿਹਦੇ ਕੋਲ ਜਾਵਾਂ, ਕੀ ਸਿਫਾਰਿਸ਼ ਲਾਵਾਂ। ਪਰ ਗੁਰੂ ਅੱਗੇ ਅਰਦਾਸ ਕੀਤੀ, ਮਹਾਰਾਜ ਇਸ ਬੈਂਡ ਚੋਂ ਕੱਢ ਲਓ, ਜਿੱਥੇ ਮੈਂ ਡੁੱਬਦਾ ਜਾ ਰਿਹਾ ਨਾ, ਜਮਾਨਾ ਮੇਰਾ ਤਮਾਸ਼ਾ ਵੇਖ ਰਿਹਾ, ਮੇਰੀ ਇੱਜ਼ਤ ਕੱਜ ਲਵੋ। ਬੋਲਿਓ ਤਬ ਹੈ ਨਰੇਸ਼ ਸੋ, ਸ਼ਰਨ ਸੋ ਖਦ ਕੀ ਹੋਏ। ਉਸ ਵੇਲੇ ਰਾਜੇ ਨੂੰ ਹੌਸਲਾ ਕਰਕੇ ਜਵਾਬ ਦਿੱਤਾ ਏ ਨਵਾਬ ਸਾਹਿਬ ਜੈ ਰਾਮ ਜੀ ਨੇ, ਕਹਿੰਦੇ ਇੱਕ ਦਿਨ ਮੈਨੂੰ ਦੇ ਦਿਓ ਜੀ, ਮੈਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮਿਲਿਆ ਵਾਂ, ਬਹਿ ਕੇ ਤੋਂ ਬਚਨ ਕਰ ਆਵਾਂ ਉਹਨਾਂ ਦੇ ਨਾਲ, ਜਦ ਉਹ ਹਿਸਾਬ ਕਿਤਾਬ ਦੇਣ ਲਈ ਤਿਆਰ ਹੋਣਗੇ ਤੇ ਮੈਂ ਨਾਲ ਹੀ ਲੈ ਆਊਂ। ਤੇ ਨਵਾਬ ਅੱਗੋਂ ਬੜਾ ਚਲਾਕ ਹੋਇਆ ਸੀ, ਸੁਣ ਕੇ ਗੱਲਾਂ ਉਹਨੂੰ ਲੱਗਦਾ ਸੀ ਸ਼ਾਇਦ ਕਦੇ ਨਹੀਂ ਆਉਣਗੇ। ਲੋਕਾਂ ਨੇ ਕਿਹਾ ਨਾ ਵੀ ਤੁਹਾਡੇ ਤੋਂ ਡਰਦਾ ਉਹ ਸਾਧ ਬਣ ਗਿਆ ਜੀ, ਤੁਹਾਡੇ ਤੋਂ ਡਰਦਾ ਹੋਇਆ। ਗੁਰੂ ਸਾਹਿਬ ਬਾਰੇ ਸ਼ਬਦ ਵਰਤੇ ਜਾ ਰਹੇ ਨੇ, ਉਹ ਸ਼ਮਸ਼ਾਨ 'ਚ ਬੈਠਾ ਹੈ, ਉਹਨੂੰ ਘਾਟਾ ਪੈ ਗਿਆ, ਲੁਟਾ ਲਿਆ ਉਹਨੇ ਲੋਕਾਂ ਦੇ ਪਿੱਛੇ ਲੱਗ ਕੇ ਸਭ ਕੁਝ, ਇਸ ਲਈ ਉਹ ਸਾਹਮਣੇ ਨਹੀਂ ਆ ਸਕਦਾ। ਨਵਾਬ ਹੱਸਿਆ, ਕਹਿੰਦਾ ਠੀਕ ਹੈ ਜੈ ਰਾਮ ਜੀ, ਜਿਹਦੀ ਮਰਜ਼ੀ ਸ਼ਰਨ ਵਿੱਚ ਚਲੇ ਜਾਓ, ਪਰ ਕੱਲ ਨੂੰ ਹਿਸਾਬ ਚਾਹੀਦਾ, ਆਖੋ ਸਤਿਨਾਮ। ਪਰ ਜੈ ਰਾਮ ਜੀ ਨੂੰ ਕਿਤੇ ਨਾ ਕਿਤੇ ਗੁਰੂ ਸਾਹਿਬ ਤੇ ਭਰੋਸਾ ਸੀ ਵੀ ਮਰਦ ਮੈਨੂੰ ਡੁੱਬਣ ਨਹੀਂ ਦੇਣਗੇ, ਮੇਰੀ ਪੱਤ ਕੱਜ ਲੈਣਗੇ। ਸਵਈਆ ਇੱਕ ਵਾਰ ਮੈਂ ਨਾਨਕ ਕੀ ਢਿਗ ਜਾਏ ਕੈ, ਆਏ ਕਹਿ ਦੇਉ ਹਿਸਾਬ ਤੁਮਾਰਾ। ਨਵਾਬ ਸਾਹਿਬ ਨੂੰ ਇੱਕੋ ਹੀ ਗੱਲ ਆਖੀ ਹੈ ਜੀ, ਮੈਨੂੰ ਅੱਜ ਦਾ ਦਿਨ ਦਿਓ, ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਜਾ ਕੇ ਮਿਲ ਆਵਾਂ, ਉਹ ਹਿਸਾਬ ਦੇਣ ਨਾ ਦੇਣ, ਸਵੇਰ ਹੁੰਦਿਆਂ ਤੁਹਾਡੀ ਕਚਹਿਰੀ ਵਿੱਚ ਮੈਂ ਹਿਸਾਬ ਕਿਤਾਬ ਦੇਵਾਂਗਾ। ਮਨ ਭਰਿਆ ਹੋਇਆ ਅੰਦਰੋਂ, ਜਿਨ੍ਹਾਂ ਤੋਂ ਆਸ ਸੀ ਦੁੱਖਾਂ ਵਿੱਚ ਖੜਨਗੇ, ਭੀੜ ਵਿੱਚ ਖੜਨਗੇ, ਬਿਪਤਾ ਵਿੱਚ ਸਾਥ ਦੇਣਗੇ, ਕੋਈ ਉਹੀਓ ਬਿਪਤਾ ਵਿੱਚ ਅੱਜ ਦੁਸ਼ਮਣ ਬਣ ਬੈਠੇ, ਆਖੋ ਸਤਿਨਾਮ। ਜਦੋਂ ਤੁਸੀਂ ਦੁਖੀ ਹੋਵੋਗੇ ਨਾ ਜੀ, ਤੁਹਾਡੇ ਆਪਣੇ ਰਿਸ਼ਤੇਦਾਰ ਵੀ ਤੁਹਾਡੇ ਲਈ ਕੰਡੇ ਬਣ ਜਾਣਗੇ, ਮਿੱਤਰ ਵੀ ਉਸ ਵੇਲੇ ਇਹੋ ਜਿਹੀਆਂ ਗੱਲਾਂ ਚੁਗਮੀਆਂ ਕਰਨਗੇ, ਸਹਾਰਾ ਕੀ ਦੇਣਾ, ਦੁਖੀ ਕਰਨਗੇ। ਪਰ ਜੈ ਰਾਮ ਜੀ ਨੂੰ ਕੇਵਲ ਗੁਰੂ ਨਾਨਕ ਸਾਹਿਬ ਦਾ ਸਹਾਰਾ ਏ, ਕਿਉਂਕਿ ਬੜੀ ਵਾਰ ਇਹਨਾਂ ਨੇ ਉਹਨਾਂ ਦੇ ਨੇੜੇ ਹੋ ਕੇ ਵੇਖਿਆ। ਠੀਕ ਹੈ, ਲੋਕਾਂ ਚਾਰੂ ਕਈ ਵਾਰ ਡੋਲ ਜਾਂਦੇ, ਡੋਲਦੇ ਕਿਉਂ ਸੀ? ਕਿਉਂਕਿ ਮਰਦ ਆਪ ਪਰਮਾ ਦਿੰਦੇ ਨਾ, ਗੁਰੂ ਸਾਹਿਬ ਆਪੀ ਇਹੋ ਜਿਹਾ ਭਰਮ ਪਾ ਦਿੰਦੇ ਸੀ ਵੀ ਸਾਨੂੰ ਪਛਾਣਨ ਨਾ ਭਲੇਖੇ ਜੀ ਰਹਿਣ। ਨਵਾਬ ਹੱਸਿਆ, ਕਹਿੰਦਾ ਠੀਕ ਹੈ, ਜਾਓ, ਤੁਹਾਡੇ ਕੋਲ 24 ਘੰਟੇ ਦਾ ਸਮਾਂ ਹੈ, ਕੱਲ ਦਿਨ ਚੜਿਆ ਇਸੇ ਥਾਂ ਤੇ ਆ ਕੇ ਇੱਥੇ ਹਿਸਾਬ ਹੋਣਾ ਏ। ਔਰ ਬੀਚ ਵਿਚਾਰਤ ਆਰਤ ਧਾਰਤ, ਬਾਹਰ ਤਾਂ ਦਿਸ਼ ਪੰਥ ਪਧਾਰਾ। ਨਵਾਬ ਦੀ ਕਚਹਿਰੀ ਚੋਂ ਨਿਕਲੇ ਨੇ, ਕਹਿੰਦੇ ਦੁਖੀ ਬਹੁਤ ਨੇ, ਦੁਖੀ। ਆਰਤ ਸ਼ਬਦ ਵਰਤਿਆ, ਆਰਤ ਬ੍ਰਜ ਭਾਸ਼ਾ ਵਿੱਚ ਆਰਤ ਕਹਿੰਦੇ ਨੇ ਦੁਖੀ ਨੂੰ। ਭਗਤ ਧੰਨਾ ਜੀ ਲਿਖਦੇ ਆ ਨਾ, ਗੋਪਾਲ ਤੇਰਾ ਆਰਤਾ। ਆਰਤਾ ਕੀ ਕਹਿੰਦੇ ਆ ਵੀ ਮੈਂ ਤੇਰਾ ਦੁਖੀਆ ਪੁਕਾਰੀ ਆ, ਤੇਰੇ ਦਰ ਤੇ ਪੁਕਾਰ ਕਰਦਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਜਿਹੜਾ ਜਿਹੜਾ ਤੇਰੀ ਭਗਤੀ ਕਰਦਾ, ਤੂੰ ਉਹਦੇ ਕਾਰਜ ਰਾਸ ਕਰਦਾ, ਮੈਂ ਤੇ ਦੁਖੀ ਬੈਠਾ। ਮੇਰੇ ਦੁੱਖ ਕਿਹੜੇ ਨੇ? ਉਹ ਸਾਰਾ ਕੁਝ ਦੱਸਿਆ। ਕਉ ਭੈ ਸੁਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚਗੇਰੀ, ਘਰ ਕੀ ਹੈ ਚੰਗੀ ਜਨ ਧੰਨਾ ਲੈਂਦਾ। ਵੀ ਰੱਬਾ ਤੇਰੀ ਭਗਤੀ ਕਰਨ ਦਾ ਫਾਇਦਾ ਤਾਂ ਜੇ ਘਰ ਵਾਲੀ ਚੰਗੀ ਹੋਵੇ, ਖਾਣਾ ਚੰਗਾ ਹੋਵੇ, ਇੱਕ ਘੋੜੀ ਦੇ ਦਿਓ ਘੁੰਮਣ ਵਾਸਤੇ, ਚੰਗੀ ਗਾਂ ਮੱਝ ਦੇ ਦਿਓ, ਕਿਤੇ ਫੰਡਰ ਨਾ ਚੀਰ ਦਿਓ। ਮੰਗਿਆ ਨਾ ਸਾਰਾ ਕੁਝ, ਕਹਿੰਦੇ ਮੈਂ ਠਾਠ ਨਾਲ ਭਗਤੀ ਕਰਾਂ ਤੇਰੀ। ਤੇਰਾ ਭਗਤ ਦਰ ਦਰ ਤੇ ਮੰਗੇ ਦੁਖੀ ਹੋ ਕੇ ਚੰਗਾ ਲੱਗਦਾ। ਆਰਤ ਜੈ ਰਾਮ ਆਰਤ ਹੋ ਕੇ ਨਿਕਲੇ ਨੇ, ਦੁਖੀ ਹੋ ਕੇ ਨਿਕਲੇ, ਪਰ ਆਸ ਇੱਕ ਤੇ ਹੈ, ਘਰ ਨਹੀਂ ਗਏ। ਚਿਹਰਾ ਮੁਰਝਾਇਆ ਹੋਇਆ, ਅੱਖਾਂ ਸੇਜਲ ਨੇ, ਮੂੰਹ ਨੀਵਾਂ ਕਰਕੇ ਚੱਲਦੇ ਆ। ਉਹੀ ਲੋਕ ਜਿਹੜੇ ਕਦੇ ਕੱਲ ਭੱਜ ਭੱਜ ਮਿਲਦੇ ਸੀ, ਉਹਦਾ ਵੇਖ ਅੱਜ ਜੈ ਰਾਮ ਨੂੰ ਮਯੂਸਿਆ ਦੇਖ ਗੱਲਾਂ ਕਰਦੇ ਆ, ਤਾਨੇ ਮਾਰਦੇ ਆ। ਦੁਨੀਆ ਦੇ ਜੱਗ ਦੇ ਤਾਨੇ ਸੁਣਦੇ ਸੁਣਦੇ ਉਹ ਘਰ ਨਹੀਂ ਗਏ, ਸ਼ਮਸ਼ਾਨ ਬੜੀਆਂ ਵੱਲ ਤੁਰ ਪਏ, ਜਿੱਥੇ ਮੇਰੇ ਗੁਰੂ ਨਾਨਕ ਸਾਹਿਬ ਮਰਦ ਧੂੜ ਪਾ ਕੇ ਬੈਠੇ ਆ ਮੂੰਹ ਤੇ, ਸਰੀਰ ਤੇ। ਕਾਹਦੀ ਧੂੜ? ਮੁਰਦਿਆਂ ਦੀ। ਜੈ ਰਾਮ ਉਸ ਪਾਸੇ ਤੁਰੇ ਜਾਂਦੇ, ਕੁਝ ਵੀ ਸਮਝ ਨਹੀਂ ਆਉਂਦਾ ਸੱਚੀ ਹਾਲਤ ਕਿਹੋ ਜਿਹੀ ਹੋਣੀ। ਜਿਨ੍ਹਾਂ ਨੇ ਕਦੇ ਐਸਾ ਮਰਦ ਦਾ ਰੂਪ ਪਹਿਲਾਂ ਵੇਖਿਆ ਹੀ ਨਹੀਂ, ਅੱਜ ਕੀ ਹੋ ਗਿਆ? ਚੰਗੇ ਭਲੇ ਦੁਨਿਆਵੀ ਤੌਰ ਤੇ ਮਾਇਆ ਬਚਦੀ ਸੀ, ਜੈ ਰਾਮ ਨੂੰ ਦੇ ਦਿੰਦੇ ਸੀ, ਕਹਿੰਦੇ ਗਰੀਬਾਂ ਚ ਵੰਡ ਤੇ।
ਬਾਪੂ ਜੀ ਨੂੰ ਦੇ ਦਿਓ, ਕੋਈ ਗੱਲ ਨਹੀਂ। ਵਿਆਹ ਵੀ ਕਰਾ ਲਿਆ, ਆਨੰਦ ਕਾਰਜ ਵੀ ਹੋ ਗਿਆ, ਪਰਿਵਾਰ ਬੱਚੇ ਵੀ ਹੋਏ ਘਰ ਦੇ ਵਿੱਚ, ਪਰ ਅਚਨਚੇਤ ਇਸ ਅਵਸਥਾ ਵਿੱਚ ਚਲੇ ਜਾਣਾ, ਇਹ ਤੋਂ ਵੱਡਾ ਦੁੱਖ ਕੀ ਹੈ ਜੀ? ਚੰਗਾ ਭਲਾ ਦੁਨਿਆਵੀ ਤੌਰ ਤੇ ਕਿਸੇ ਦਾ ਹੱਸਦਾ ਵਸਦਾ ਪਰਿਵਾਰ ਹੋਵੇ ਤੇ ਇੱਕ ਬੰਦਾ ਚੰਗੀਆਂ ਗੱਲਾਂ ਕਰਦਾ ਕਰਦਾ ਇਸ ਪਾਸੇ ਆ ਜੇ, ਇਹ ਤੋਂ ਵੱਡਾ ਦੁੱਖ ਨਹੀਂ ਕੋਈ ਹੁੰਦਾ। ਦੁਖੀ ਸੀ ਇੱਕ ਜ਼ਮਾਨਾ ਤੰਦ ਕੱਸਦਾ ਹੈ, ਤੰਜ ਕੱਸੀ ਜਾਂਦੇ ਨੇ ਲੋਕ, ਕਿਸੇ ਦੀ ਨਾ ਸੁਣੀ, ਕਿਉਂਕਿ ਸਭ ਦੀਆਂ ਗੱਲਾਂ 'ਚ ਪੱਥਰ ਵਾਂਗ ਵੱਜਦੀਆਂ ਨੇ ਕਾਲਜੇ। ਚੁੱਪ ਚਪੀਤੇ ਤੁਰੇ ਆਉਂਦੇ ਨੇ, ਪੈਰਾਂ 'ਚ ਜੋੜਾ ਨਹੀਂ ਹੈ, ਕਦੇ ਸਿਰ ਨਵਾ ਕੇ ਨਹੀਂ ਸੀ ਤੁਰੇ, ਅੱਜ ਤੁਰਨਾ ਪੈ ਗਿਆ। ਕੌਣ ਹੈ ਤੁਹਾਡਾ? ਕੋਈ ਨਹੀਂ ਹੈ। ਇਹ ਉਹੀ ਨੇ, ਤੁਹਾਡੇ ਕੋਲ ਮਾਇਆ ਹੋਊਗੀ, ਇਹ ਲੋਕ ਅੱਗੇ ਪਿੱਛੇ ਸਜਦੇ ਕਰਦੇ ਫਿਰਨਗੇ, ਜੁੱਤੀਆਂ ਚੱਕਦੇ ਫਿਰਨਗੇ, ਗੱਡੀਆਂ ਦੀਆਂ ਤਾਕੀਆਂ ਖੋਲਦੇ ਫਿਰਨਗੇ। ਜਿੱਦਣ ਮਾਇਆ ਚਲੀ ਗਈ, ਹਮਦਰਦੀ ਚਲੀ ਗਈ, ਉਹ ਇਹੀ ਲੋਕ ਨੇ ਜਿਹੜੇ ਗੱਡੀ ਥੱਲੇ ਦੇਣ ਨੂੰ ਫਿਰਦੇ ਆ। ਸਮਾਰ ਹੈ। ਜੈ ਰਾਮ ਜੀ ਨੇ ਵੇਖ ਲਿਆ, ਗੁਰੂ ਸਾਹਿਬ ਸੱਚ ਹੀ ਕਹਿੰਦੇ ਆ ਭਾਈ, ਇੱਥੇ ਮਿੱਤਰ ਕੋਈ ਨਹੀਂ ਹੈ। ਜਿਨ੍ਹਾਂ ਲੋਕਾਂ ਤੇ ਮੈਨੂੰ ਕਦੇ ਮਾਣ ਸੀ, ਮੇਰੇ ਨਾਲ ਉੱਠਦੇ ਬਹਿੰਦੇ ਆ, ਅੱਜ ਕਿਸੇ ਨੇ ਇਹ ਵੀ ਨਾ ਆਖਿਆ ਜੈ ਰਾਮ ਕੋਈ ਗੱਲ ਨਹੀਂ ਤੇਰੇ ਨਾਲ ਖੜੇ ਆ। ਕੌਣ ਖੜਦਾ ਜੀ? ਜਿੰਨੇ ਮਰਜ਼ੀ ਸਾਡੇ ਮਿੱਤਰ ਯਾਰ ਦੋਸਤ ਹੋਣ, ਜਦੋਂ ਕਿਤੇ ਕੋਰਟ ਕਚਹਿਰੀ ਦਾ ਕੇਸ ਹੋਵੇ ਵੀ ਪੇਸ਼ੀ ਦੇਣਾ, ਕਹਿੰਦਾ ਬਾਈ ਮੇਰੇ ਕੋਲ ਟਾਈਮ ਨਹੀਂ ਹੈ, ਮੈਨੂੰ ਨਾ ਬਰਬਾਦੀ, ਇਹ ਤੇਰੇ ਖਮ ਤੂੰ ਵੇਖ। ਉੱਦਾਂ ਸਾਰੇ ਮਿੱਤਰ ਨੇ ਸਾਡੇ ਨਾਲ ਖੜੇ ਆ, ਭੀੜ 'ਚ ਕੋਈ ਨਹੀਂ। ਕਹਿੰਦੇ ਜੀ ਜੈ ਰਾਮ ਜੀ ਦਾ ਕਿਸੇ ਨੇ ਸਾਥ ਨਾ ਦਿੱਤਾ, ਕੱਲੇ ਦੁਖੀ ਚੁੱਪ ਚਪੀਤੇ ਸ਼ਮਸ਼ਾਨ ਭੂਮੀ ਵੱਲ ਆਏ। ਜਦ ਮੇਰੇ ਸਤਿਗੁਰਾਂ ਨੇ ਵੇਖਿਆ ਜੀਜਾ ਜੀ ਦਾ ਚਿਹਰਾ ਉਤਰਿਆ ਪਿਆ, ਅੱਖਾਂ ਵਿੱਚ ਨੀਰ ਹੈ, ਕੱਪੜੇ ਮੈਲੇ ਪਾਏ ਹੋਏ ਨੇ, ਮੇਰੇ ਸਤਿਗੁਰਾਂ ਤੋਂ ਨਹੀਂ ਚੱਲਿਆ ਗਿਆ। ਉੱਠ ਪਏ ਗੁਰੂ ਸਾਹਿਬ। ਜਦੋਂ ਇਹ ਕਬਰਾਂ ਵਾਲੇ ਪਾਸੇ ਆਏ ਨਾ ਚੱਲ ਕੇ, ਜੈ ਰਾਮ, ਮਰਦ ਨੂੰ ਵੀ ਥੋੜਾ ਜਿਹਾ ਰੰਜ ਲੱਗਿਆ, ਸਾਡੀ ਵਜ੍ਹਾ ਕਰਕੇ ਇਹਨਾਂ ਦੀ ਇਹ ਹਾਲਤ ਹੋ ਗਈ। ਉੱਠੇ ਗੁਰੂ ਸਾਹਿਬ। ਜਦੋਂ ਸਤਿਗੁਰ ਨੇੜੇ ਆਏ, ਚੰਗੇ ਭਲੇ ਨੇ ਇਸ ਟਾਈਮ, ਲੋਕੀ ਕਹਿੰਦੇ ਉਹ ਝੱਲੇ ਹੋ ਕੇ ਪੱਥਰ ਮਾਰਦੇ ਆ ਜੀ, ਉਧਰ ਜਾਇਓ ਨਾ। ਸਗੋਂ ਜੈ ਰਾਮ ਨੂੰ ਇਹ ਕਹਿੰਦੇ ਸੀ ਲੋਕ, ਤੂੰ ਨਾ ਉਸ ਪਾਸੇ ਜਾਈ, ਕੋਈ ਉਹਨੂੰ ਹੁਣ ਆਪਣੇ ਬਗਾਨੇ ਦੀ ਪਛਾਣ ਨਹੀਂ ਹੈ। ਰੱਬ ਬਾਰੇ ਲੋਕਾਂ ਨੂੰ ਬੋਲਿਆ, ਪਰ ਜੈ ਰਾਮ ਕਹਿੰਦੇ ਮੈਂ ਦੁਨੀਆ ਤੋਂ ਦੁਖੀ ਬੜਾ, ਜੇ ਰੱਬ ਨੇ ਮੈਨੂੰ ਮਾਰਨਾ ਉੱਤੇ ਮਾਰ ਦੂਗਾ, ਇਹ ਤੋਂ ਉੱਪਰ ਮੈਂ ਕੀ ਕਰ ਸਕਦਾ। ਕਹਿੰਦੇ ਆ ਨਾ ਲੋਕ ਦੁੱਖ ਦੇ ਵਿੱਚ, ਰੱਬਾ ਹੁਣ ਭਾਵੇਂ ਰੱਖ ਭਾਵੇਂ ਮਾਰ, ਦੁਨੀਆ ਤੇ ਮੇਰੀ ਹੈ ਨਹੀਂ, ਮੇਰਾ ਤੇ ਤੂੰ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇਖ ਕੇ ਉੱਠੇ ਨੇ, ਸਰੀਰ ਤੇ ਸਵਾਹ ਭਰੀ ਹੈ, ਧੂੜ ਨਾਲ ਮੁਖ ਭਰਿਆ ਹੋਇਆ। ਜੈ ਰਾਮ ਆਏ ਭੱਜ ਕੇ ਚਰਨਾਂ ਤੇ ਡਿੱਗ ਪਏ, ਚਰਨ ਫੜ ਕੇ ਰੋ ਪਏ ਨੇ। ਉਹ ਗੌਰਨ ਮੈਂ ਇਵਜਾਜ਼ਤ ਹੈ, ਸ਼ਿਵ ਮਦਮ ਸਾਨ ਮਨੋਹਿਤ ਤਾਰਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅੱਜ ਜੈ ਰਾਮ ਜੀ ਨੂੰ ਮੱਥਾ ਨਹੀਂ ਟੇਕਿਆ। ਪੁੱਛਿਆ ਕਿਉਂ ਆਏ? ਇੱਕ ਕਬਰ ਤੇ ਬਹਿ ਗਏ ਸਾਧੂ, ਕੱਚੀ ਕਬਰ ਤੇ। ਜੈ ਰਾਮ ਜੀ ਨੇ ਹੱਥ ਜੋੜਿਆ, ਬਹੁਤ ਦੁਖੀ, ਸਮਝ ਹੀ ਨਹੀਂ ਆਉਂਦਾ ਮੈਂ ਗੱਲ ਸ਼ੁਰੂ ਕਿੱਥੋਂ ਕਰਾਂ, ਕੀ ਕਹਾਂ ਇਹਨਾਂ ਨੂੰ। ਹਾਲਤ ਵੇਖ ਕੇ ਤੇ ਇਦਾਂ ਲੱਗਦਾ ਵੀ ਹਿਸਾਬ ਕਿਤਾਬ ਵਾਲੀ ਦੀ ਗੱਲ ਹੀ ਨਹੀਂ ਕਰਨੀ ਚਾਹੀਦੀ। ਪਤਾ ਨਹੀਂ ਇਹਨਾਂ ਦੇ ਦਿਲ ਤੇ ਕੀ ਬੀਤੀ ਹੋਣੀ, ਇਹਨਾਂ ਹਾਲਾਤਾਂ 'ਚ ਕਿਉਂ ਬੈਠੇ, ਇਦਾਂ ਸੋਚਦੇ ਆ। ਪਰ ਦੂਜੇ ਪਾਸੇ ਖਿਆਲ ਆਉਂਦਾ ਵੀ ਨਵਾਬ ਕਹਿੰਦਾ ਸਵੇਰੇ ਆ, ਇਹਨੂੰ ਕਹਿੰਦੇ ਆ ਅੱਗੇ ਖੂਹ ਪਿੱਛੇ ਖਾਈ, ਐਸੀ ਹਾਲਤ ਬਣ ਗਈ। ਗੁਰੂ ਸਾਹਿਬ ਏਦਾਂ ਬੈਠੇ ਆ ਜਿਵੇਂ ਸ਼ਮਸ਼ਾਨਾਂ ਵਿੱਚ, ਮੜੀਆਂ ਵਿੱਚ ਸ਼ਿਵ ਜੀ ਬੈਠਾ ਹੋਵੇ, ਸਤਿਗੁਰ ਕਬਰ ਤੇ ਬੈਠੇ। ਮਰਦ ਨੇ ਨਹੀਂ ਪੁੱਛਿਆ ਤੁਸੀਂ ਕਿਵੇਂ ਆਏ ਹੋ। ਸਤਿਗੁਰਾਂ ਦੇ ਜੀਜਾ ਜੀ ਨਮਸਕਾਰ ਕਰਕੇ ਕਹਿੰਦੇ ਗਰੀਬ ਨਵਾਜ਼, ਇੱਕ ਅਰਜ਼ ਹੈ, ਇੱਕ ਪੁਕਾਰ ਹੈ। ਸਤਿਗੁਰ ਨੇਤਰ ਭਰੇ, ਵੇਖਿਆ, ਕਹਿੰਦੇ ਦੱਸੋ, ਬੋਲੋ, ਐਸਾ ਕੀ ਹੋ ਗਿਆ ਏ। ਚਿਤ ਕੰਪਤ ਬੰਦਤ ਹਾਥ ਦਉ, ਕਰ ਬੰਧਨ ਬੈਨ ਜਰਾਮ ਉਚਰਾ। ਹੱਥ ਜੋੜੇ ਜੈ ਰਾਮ ਜੀ ਨੇ, ਸਰੀਰ ਕੰਬਦਾ, ਇੱਕ ਤੇ ਗੁਰੂ ਸਾਹਿਬ ਦਾ ਲਿਬਾਸ ਵੇਖ ਡਰ ਲੱਗੀ ਜਾਂਦਾ ਹੈ ਵੀ ਇੰਨੇ ਪਿਆਰ ਵਾਲੇ ਸੀ, ਅੱਜ ਇੰਨੇ ਰੁੱਖੇ ਕਿਉਂ? ਰੁੱਖੇ ਕਿਉਂ? ਅਸਲ ਵਿੱਚ ਜਿਹੜੇ ਸਾਧੂ ਬੰਦਗੀ ਵਾਲੇ ਹੁੰਦੇ ਆ, ਉਹ ਦੁਨੀਆ ਨੂੰ ਲੱਗਦਾ ਰੁੱਖੇ ਨੇ, ਰੁੱਖੇ ਨਹੀਂ ਹੁੰਦੇ। ਉਹ ਕਹਿੰਦੇ ਮੈਨੂੰ ਜੱਗ ਤੋਂ ਲੈਣਾ ਕੀ ਹੈ, ਮੈਂ ਮਿੱਠਾ ਤੇ ਤਾਂ ਹੋਵਾਂ ਜੇ ਮੇਰਾ ਕੋਈ ਕੁਝ ਦਰਗਾਹ 'ਚ ਸਵਾਰੇ, ਕੋਈ ਮੇਰੇ ਨਾਲ ਜਾਵੇ। ਜਦੋਂ ਮੇਰੇ ਨਾਲ ਕਿਸੇ ਨੇ ਮਰਨਾ ਹੀ ਨਹੀਂ, ਮੇਰੇ ਨਾਲ ਕਿਸੇ ਨੇ ਅੰਤ ਵੇਲੇ ਖੜਨਾ ਨਹੀਂ, ਮੈਂ ਚਾਪਲੂਸੀਆਂ ਕਿਉਂ ਕਰਾਂ। ਵੈਰਾਗੀ ਸਾਧੂਆਂ ਦਾ ਜੀਵਨ ਇਹ ਹੁੰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਦੱਸੋ ਜੀ, ਰੋ ਪਏ। ਕਹਿੰਦੇ ਪਾਤਸ਼ਾਹ ਐਸੀ ਚਿੰਤਾ ਦੀ ਘੁੰਮਣ ਘੇਰੀ ਵਿੱਚ ਉਲਝਿਆ ਹੋਇਆ, ਐਸੇ ਤੂਫਾਨਾਂ ਦੇ ਵਿੱਚ ਕਿਸ਼ਤੀ ਮੇਰੀ ਜ਼ਿੰਦਗੀ ਦੀ ਫਸੀ ਹੋਈ ਹੈ, ਕਿਸੇ ਪਾਸੇ ਵੀ
ਮੈਨੂੰ ਕਿਨਾਰਾ ਮਿਲਦਾ ਨਹੀਂ। ਰੂਪ ਰਸਾਲ ਦਿਆਲ ਸੁਣੋ, ਇੱਕ ਸਾਲ ਕੋ ਲੇਖਾ ਵਿਸਾਲ ਬਖਾਨਾ। ਜਦੋਂ ਜੈ ਰਾਮ ਜੀ ਰੋਏ ਨਾ ਸਤਿਗੁਰਾਂ ਦੇ ਸਾਹਮਣੇ, ਦੁੱਖ ਹੈ, ਦਿਖਾਵਾ ਨਹੀਂ ਹੈ ਵੀ ਲੋਕਾਂ ਚਾਰੂ ਰੋਈ ਜਾਣਾ ਵੀ ਕਿਸੇ ਨੂੰ ਪ੍ਰਭਾਵਿਤ ਕਰਨ ਵਾਸਤੇ, ਅੰਦਰੋਂ ਹੋਣਾ ਹੈ। ਦੁਖੀ ਸੀ ਬਹੁਤ। ਕਹਿੰਦੇ ਪਾਤਸ਼ਾਹ ਮੇਰੇ ਆਉਣ ਦਾ ਕਾਰਨ ਇਹੀ। ਮਰਦ ਨੇ ਪੁੱਛਿਆ ਕਿਉਂ ਆਏ ਹੋ ਇੱਥੇ? ਸੁਭਾਅ ਬਦਲਿਆ ਹੋਇਆ ਨਾ ਹੁਣ, ਰੁੱਖਾ ਹੋ ਗਿਆ ਸਾਰੇ। ਜੇ ਕੋਈ ਆਮ ਆਉਂਦਾ ਪੱਥਰ ਚੁੱਕ ਲੈਂਦੇ ਵੀ ਆ ਇੱਧਰ ਤੈਨੂੰ ਦੱਸਾਂ। ਲੋਕੀ ਤਾਂ ਰੌਲਾ ਪਾਉਂਦੇ ਸੀ, ਕਹਿੰਦੇ ਉਹ ਝੱਲਾ ਹੋ ਗਿਆ, ਕਮਲਾ ਹੋ ਗਿਆ, ਭੂਤ ਜੇ ਬਣ ਗਿਆ। ਇਹ ਚੋਜ ਨੇ ਸੱਚੇ ਪਾਤਸ਼ਾਹ ਦੇ। ਪਰ ਜਦੋਂ ਜੈ ਰਾਮ ਜੀ ਕੋਲੇ ਆਏ, ਮਹਾਰਾਜ ਨੇ ਉਹਨਾਂ ਦੇ ਦਿਲ ਦੀ ਗੱਲ ਜਾਣ ਲਈ ਸੀ ਵੀ ਦੁਖੀ ਹੋ ਕੇ ਆਏ। ਕਹਿੰਦੇ ਬਾਦਸ਼ਾਹ ਸਮੇਂ ਦਾ ਨਵਾਬ 1 ਸਾਲ ਦਾ ਹਿਸਾਬ ਕਿਤਾਬ ਮੇਰੇ ਤੋਂ ਮੰਗ ਰਿਹਾ, ਤੁਹਾਡੇ ਤੋਂ ਨਹੀਂ। ਇਹ ਕਹਿਤਾ ਉਹਨਾਂ ਨੇ ਵੀ ਤੁਹਾਨੂੰ ਨਹੀਂ ਬੁਲਾਇਆ, ਤੁਹਾਨੂੰ ਉਹਨੇ ਕੁਝ ਨਹੀਂ ਕਿਹਾ, ਮੈਨੂੰ ਜ਼ਲੀਲ ਕਰ ਦਿਆ। ਭਰੇ ਦਰਬਾਰ ਵਿੱਚ ਬੁਲਾ ਕੇ ਨਵਾਬ ਦੌਲਤ ਖਾਂ ਆਖਦਾ ਸਵੇਰ ਹੁੰਦਿਆਂ 1 ਸਾਲ ਦਾ ਹਿਸਾਬ ਕਿਤਾਬ ਮੋਦੀ ਖਾਨੇ ਵਾਲਾ ਮੈਨੂੰ ਤੇਰੇ ਤੋਂ ਚਾਹੀਦਾ ਏ। ਮੋਹ ਬੁਲਾਏ ਅਲਾਏ ਸੁਨਾਏ ਜੋ, ਆਇਸ ਪਾਏ ਆਇਓ ਇਸ ਥਾਨਾ। ਸੱਚੇ ਪਾਤਸ਼ਾਹ ਚਰਚੇਤ ਮੈਨੂੰ ਬੁਲਾਇਆ ਅੱਜ। ਨਵਾਬ ਕਹਿੰਦਾ ਹੁਣੇ ਦਿਓ ਹਿਸਾਬ ਕਿਤਾਬ, ਮੈਂ ਤੇ ਮੁਹਲਤ ਲੈ ਕੇ ਤੁਹਾਡੀ ਸ਼ਰਨ ਵਿੱਚ ਆਇਆ। ਹੁਣ ਆਪ ਕਿਰਪਾ ਕਰਕੇ ਦੱਸੋ ਸਾਨੂੰ ਕੀ ਕਰਨਾ ਚਾਹੀਦਾ ਹੈ। ਵੱਧ ਘੱਟ ਨਹੀਂ ਹੁੰਦੇ। ਕਦੇ ਰਿਸ਼ਤੇਦਾਰ ਤੇ ਸ਼ਰਧਾ ਰੱਖਦਾ ਜੀ। ਮੈਂ ਕਹਿੰਦਾ ਸਾਡਾ ਰਿਸ਼ਤੇਦਾਰ ਤਿੜਫੜ ਜੀ ਕਰੇ, ਆਪਾਂ ਉਹਦੀ ਕਹਿੰਦੇ ਉਹ ਤੂੰ ਸਾਡਾ ਸੀ, ਤੇਰੇ ਨਹੀਂ ਕੋਈ ਲੈਣ ਦੇਣ ਨਹੀਂ ਤੇਰੇ ਨਾਲ ਸਾਡਾ, ਤੇਰੇ ਪਿੱਛੇ ਅਸੀਂ ਕਰਦੇ ਚੁੱਕੀਏ। ਭਰਾ ਨੂੰ ਛੱਡ ਜਾਂਦਾ ਹੈ। ਪਰ ਜੈ ਰਾਮ ਜੀ ਗੁਰੂ ਨਾਨਕ ਸਾਹਿਬ ਨੂੰ ਕਦੇ ਰਿਸ਼ਤੇਦਾਰ ਨਹੀਂ ਸੀ ਮੰਨਦੇ ਸੀ ਰੱਬ। ਪਰ ਜਦੋਂ ਇਹੋ ਜਿਹੀ ਵਿਪਤਾ ਪੈ ਜਾਂਦੀ ਸੀ ਫਿਰ ਕਿਤੇ ਨਾ ਕਿਤੇ ਘਬਰਾ ਜਾਂਦੀ ਸੀ ਹੁਣ ਕੀ ਬਣੂਗਾ। ਪਰ ਸਤਿਗੁਰਾਂ ਦੇ ਭੈਣ ਬੇਬੇ ਨਾਨਕੀ ਉਹ ਅੱਜ ਵੀ ਨਹੀਂ ਡੋਲੇ। ਜਦੋਂ ਵੇਈ ਵਿੱਚ ਪ੍ਰਵੇਸ਼ ਹੋ ਡੋਲੀ ਉਦੋਂ ਵੀ ਨਹੀਂ। ਲੋਕੀ ਕਹਿੰਦੇ ਸੀ ਡੁੱਬ ਗਿਆ, ਕਹਿੰਦੇ ਨਾ ਡੁੱਬਿਆਂ ਨੂੰ ਤਾਰ ਨਾਲ ਉਹ ਨਹੀਂ ਡੁੱਬ ਸਕਦਾ। ਉਹਨਾਂ ਦੀ ਕਿਰਪਾ ਸੀ ਜੈ ਰਾਮ ਜੀ ਉੱਤੇ, ਜਿਹੜਾ ਮਾੜਾ ਮੋਟਾ ਹੌਸਲਾ ਰੱਖਦੇ ਆ। ਕਿੱਡਾ ਵੱਡਾ ਹੌਸਲਾ ਜੀ ਅਜੇ ਦਾ। ਜੇ ਕੋਈ ਮਾੜੀ ਮੋਟੀ ਗੱਲ ਹੁੰਦੀ ਸੰਸਾਰੀ ਬੰਦਾ ਹੁੰਦਾ ਉਹਨੇ ਕਹਿਣਾ ਸੀ ਇਹ ਕੌਣ ਹੁੰਦੇ ਆ, ਚਲੋ ਮੇਰੇ ਘਰ ਤੋਂ ਬਾਹਰ। ਦੁਨੀਆ ਤੇ ਇੱਥੇ ਖੜਦੀ। ਜੈ ਰਾਮ ਕਹਿੰਦੇ ਮਹਾਰਾਜ ਹੁਣ ਤੁਸੀਂ ਦੱਸ ਦਿਓ ਜੀ ਹਿਸਾਬ ਕਿਤਾਬ ਸਵੇਰ ਹੁੰਦਿਆਂ ਹੋਣਾ, ਮੈਨੂੰ ਕੀ ਕਰਨਾ ਚਾਹੀਦਾ ਏ। ਜੋ ਸੁਣ ਕਾਨ ਉਠੇ ਗਤ ਦਾਨ, ਕਿਸੂ ਨਹਿ ਕਾਨ ਸੋ ਜਾਣ ਨਿਧਾਨਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਦੋਂ ਬੁਲਾਇਆ ਤੁਹਾਨੂੰ? ਕਹਿੰਦੇ ਸਵੇਰੇ। ਗੁਰੂ ਸਾਹਿਬ ਨੇ ਜੀਜਾ ਜੈ ਰਾਮ ਜੀ ਦੀ ਫੜੀ ਬਾਂਹ, ਕਹਿੰਦੇ ਸਵੇਰ ਕਿਨੇ ਵੇਖੀ, ਚਲੋ ਹੁਣੇ ਚਲੀਏ। ਆਖੋ ਸਤਨਾਮ। ਮਿੱਟੀ ਧੂੜ ਨਾਲ ਕੱਪੜੇ ਭਰੇ ਆ, ਸਵਾਹ ਪਈ ਹੈ। ਉਹ ਰੱਬ ਕਿਸੇ ਦਾ ਦੁੱਖ ਨਹੀਂ ਵੇਖਦਾ, ਉਹ ਤੋਂ ਵੇਖਿਆ ਨਹੀਂ ਜਾਂਦਾ। ਇਸੇ ਕਰਕੇ ਉਹਨੂੰ ਰੱਬ ਕਹਿੰਦੇ ਆ। ਪਰ ਸਾਨੂੰ ਦੁੱਖ ਦੱਸਣਾ ਨਹੀਂ ਆਉਂਦਾ। ਨਿੱਕਾ ਜਿਹਾ ਬੱਚਾ ਰੋਈ ਜਾਵੇ, ਚੀਕਾਂ ਮਾਰੀ ਜਾਵੇ, ਉਹਨੂੰ ਦੁੱਖ ਦੱਸਣਾ ਤੇ ਵਿਚਾਰੇ ਨੂੰ ਆਉਂਦਾ ਨਹੀਂ ਵੀ ਢਿੱਡ ਦਰਦ ਹੁੰਦਾ, ਸਿਰ ਦੁਖਦਾ, ਕੀ ਚੱਕਰ ਹੈ। ਤਰਸ ਕਰੀ ਚੱਲੋ। ਉਹ ਰੋ ਰੋ ਕੇ ਆਪਣੇ ਵੱਲੋਂ ਵਿਚਾਰਾ ਤੜਫਦਾ ਵੀ ਮੈਂ ਦੁਖੀ ਜਦੋਂ ਬੋਲਦਾ ਹੀ ਨਹੀਂ, ਦੱਸਦਾ ਹੀ ਕੁਛ ਨਹੀਂ। ਬਸ ਆਹ ਹਾਲਤ ਸਾਡੀਆਂ ਅਰਦਾਸਾਂ ਦੀ ਹੈ। ਰੱਬ ਦੇ ਘਰ ਬਹਿ ਕੇ ਅਸੀਂ ਚੀਕਾਂ ਮਾਰਦੇ ਹਾਂ, ਹਾਏ ਰੱਬਾ ਮੈਂ ਮਰ ਗਿਆ, ਪਰ ਦੱਸਿਆ ਹੀ ਨਹੀਂ ਜੇ ਗਿਆ ਅੰਦਰੋਂ ਵੀ ਹੋਇਆ ਮੈਨੂੰ ਕੀ ਹੈ, ਮੈਨੂੰ ਦੁੱਖ ਕਿਹੜਾ ਹੈ, ਮੈਨੂੰ ਰੰਜ ਕੀ ਹੈ, ਤਕਲੀਫ ਕੀ ਹੈ। ਇਹ ਅੱਜ ਤੱਕ ਅਸੀਂ ਦੱਸ ਨਹੀਂ ਪਾਏ। ਬੇਸ਼ੱਕ ਉਹ ਅੰਤਰਜਾਮੀ ਹੈ, ਪਰ ਉਹ ਪਰਮਾਤਮਾ ਜਾਣਦਾ ਵੀ ਜੇ ਤੂੰ ਦੁਖੀ ਹੈ ਦੱਸ ਤੇ ਸਹੀ, ਤੈਨੂੰ ਦੁੱਖ ਕਾਹਦਾ ਹੈ, ਕਿਸ ਗੱਲੋਂ ਹੈ। ਤੇ ਜਿੱਦਣ ਤੇਰੀ ਜ਼ੁਬਾਨ ਨਹੀਂ ਬੋਲੇਗੀ ਨਾ, ਤੂੰ ਸੱਚਮੁੱਚ ਦੁਖੀ ਹੋਏਗਾ, ਫਿਰ ਬਿਨਾਂ ਬੋਲਿਆ ਵੀ ਜਾਣ ਲੱਗਦਾ। ਜੈ ਰਾਮ ਜੀ ਨੇ ਦੋ ਹੀ ਗੱਲਾਂ ਆਖੀਆਂ। ਮਰਦ ਨੇ ਕੋਈ ਨਹੀਂ ਕਿਹਾ ਵੀ ਮੈਂ ਦੁਨੀਆ ਛੱਡਤੀ, ਹੁਣ ਮੈਂ ਕੀ ਲੈਣਾ ਹਿਸਾਬ ਕਿਤਾਬ ਤੋਂ, ਅੱਗ ਲੱਗੀ ਮੈਨੂੰ ਕੀ ਨਾ, ਚੱਲੋ ਹੁਣੇ ਹੀ ਚੱਲੋ। ਕਵੀ ਜੀ ਦੱਸਦੇ ਆ, ਕਹਿੰਦੇ ਜੈ ਰਾਮ ਜੀ ਨੇ ਜਦੋਂ ਸਤਿਗੁਰਾਂ ਦੇ ਬਚਨ ਸੁਣੇ, ਜਿਹੜੀ ਕਿਸ਼ਤੀ ਜ਼ਿੰਦਗੀ ਦੀ ਤੂਫਾਨਾਂ 'ਚ ਫਸੀ ਸੀ ਨਾ, ਘੁੰਮਣ ਘੇਰੀ ਚੱਟਾਨਾਂ 'ਚ, ਮੰਨ ਲਓ ਕਿਸੇ ਵੱਡੇ ਜਹਾਜ਼ ਨੇ ਕਿਨਾਰਾ ਦੇਖਾ ਹੋਵੇ, ਛੋਟੀਆਂ ਛੋਟੀਆਂ ਬੋਟਾਂ ਜਦ ਕਿਤੇ ਸਮੁੰਦਰਾਂ ਦੇ ਵਹਿਣ 'ਚ ਫਸ ਜਾਂਦੀਆਂ, ਫਿਰ ਵੱਡੇ ਵੱਡੇ ਸ਼ਿਪ ਕੰਮ ਆਉਂਦੇ ਆ, ਉਹੀ ਚੁੱਕਦੇ ਆ ਕੇ ਰੈਸਕਿਊ ਕਰਦੇ ਆ। ਜੈ ਰਾਮ ਜੀ ਦੀ ਬਾਂਹ ਫੜ ਕੇ ਮਰਜ ਤੁਰ ਪਏ ਸ਼ਮਸ਼ਾਨ ਦੇ ਵਿੱਚੋਂ, ਨੰਗੇ ਪੈਰ ਨੇ, ਭਰਿਆ ਸਾਰਾ ਧੂੜ ਮਿੱਟੀ ਨਾਲ ਸਰੀਰ, ਕਈ ਦਿਨ ਹੋ ਗਏ ਇਸ਼ਨਾਨ ਨਹੀਂ ਕੀਤਾ, ਮੈਲੇ ਕੁਚੈਲੇ ਕੱਪੜੇ ਨੇ। ਜਦੋਂ ਜੈ ਰਾਮ ਜੀ ਨੂੰ ਲੈ ਕੇ ਸਤਿਗੁਰ ਚੱਲੇ, ਕਹਿੰਦੇ ਜੈ ਰਾਮ ਦੇ ਚਿਹਰੇ ਤੇ ਖੁਸ਼ੀ ਆ ਗਈ। ਉਹ ਭੁੱਲ ਗਏ ਨੇ ਸਾਰੇ ਦੁੱਖਾਂ ਗਮਾਂ ਨੂੰ ਵੀ ਘਾਟਾ ਹੋਊ ਜਾਂ ਵਾਧਾ ਹੋਊ। ਉਹ ਜਿਹਦੇ ਨਾਲ ਰੱਬ ਹੋਵੇ ਨਾ, ਉਹ ਕਹਿੰਦਾ ਮੈਨੂੰ ਘਾਟੇ ਵਾਧੇ ਦੁਖੀ ਨਹੀਂ ਕਰ ਸਕਦੇ। ਆਖੋ ਸਤਿਨਾਮ। ਮੇਰਾ ਸਤਿਗੁਰੂ ਮੇਰੇ ਨਾਲ, ਮੇਰਾ ਰੱਬ ਮੇਰੇ ਨਾਲ ਹੈ।
ਜਦੋਂ ਰੱਬ ਨਾਲ ਹੋਵੇ ਨਾ ਪਿਆਰਾ ਸੱਜਣ ਸਤਿਗੁਰ ਹੋਵੇ, ਦੁਨੀਆ ਦੇ ਘਾਟੇ ਵਾਧੇ ਵੀ ਫਿਰ ਚੰਗੇ ਲੱਗਦੇ ਆ। ਸੱਜਣ ਪਿਆਰਾ ਨਾਲ ਹੋਵੇ, ਗੁਰੂ ਨਾਲ ਹੋਵੇ। ਜਦ ਗੁਰੂ ਨਾਨਕ ਸਾਹਿਬ ਤੁਰੇ ਫਿਰ ਦੁਖੀ ਕਰਨ ਵਾਲਾ ਕੌਣ ਹੈ ਜੀ? ਫਿਰ ਦੁਨੀਆ ਦੇ ਦੁੱਖ ਵੀ ਉਹਨੂੰ ਸਤਾ ਨਹੀਂ ਸਕਦੇ। ਮੰਦ ਹੈ ਮੰਦ ਭਲੀ ਗਤ ਸੁੰਦਰ, ਆਨੰਦ ਕੰਦ ਮੁਕੰਦ ਪਿਆਨਾ। ਮੁਕਤੀ ਦੇ ਦਾਤੇ ਸਤਿਗੁਰ ਸੱਚੇ ਪਾਤਸ਼ਾਹ ਨਾਲ ਨਾਲ ਤੁਰੇ ਜਾਂਦੇ ਆ, ਬੁਲਾ ਨਹੀਂ ਰਹੇ ਜੈ ਰਾਮ ਜੀ ਨੂੰ। ਨਾ ਕੁਝ ਪੁੱਛਿਆ ਨਾ ਕੁਝ ਦੱਸਿਆ, ਲੈ ਕੇ ਕਹਿੰਦੇ ਚਲੋ ਚੱਲੀਏ ਨਵਾਬ ਵਾਲੇ ਪਾਸੇ। ਲੋਕਾਂ ਵੇਖਿਆ ਹੱਸ ਪਏ ਲੋਕ, ਕਹਿੰਦੇ ਚੱਲਾ ਕਮਲਾ ਕੀ ਕਹੂਗੀ। ਜਦ ਕੋਈ ਤੁਹਾਡੀ ਅਵਸਥਾ ਨੂੰ ਨਹੀਂ ਜਾਣਦਾ ਨਾ, ਗੁੱਸਾ ਨਹੀਂ ਕਰਨਾ ਚਾਹੀਦਾ ਲੋਕਾਂ ਦੇ ਤਾਨਿਆਂ ਦਾ। ਹੀਰੇ ਨੂੰ ਜੇ ਕੋਈ ਪੱਥਰ ਆਖੇ ਤੇ ਜੇ ਹੀਰਾ ਆਖੇ ਵੀ ਮੈਂ ਹੁਣ ਪੱਥਰ ਬਣ ਜਾਣਾ, ਮੈਨੂੰ ਤੇ ਲੋਕ ਪੱਥਰ ਕਹਿੰਦੇ ਆ। ਸੋਨੇ ਨੂੰ ਕੋਈ ਪਿੱਤਲ ਆਖੇ ਤੇ ਸੋਨਾ ਇਹ ਤਾਂ ਨਹੀਂ ਕਹਿੰਦਾ ਵੀ ਮੈਂ ਅੱਜ ਤੋਂ ਬਾਅਦ ਸ਼ੁੱਧਤਾ ਛੱਡਦੀ ਆ ਆਪਣੀ, ਮੈਨੂੰ ਲੋਕ ਪਿੱਤਲ ਨਾਲ ਤੋੜਦੇ ਆ। ਨਹੀਂ, ਉਹਨੇ ਸੋਨੇ ਨੇ ਸੋਨਾ ਰਹਿਣਾ, ਹਾਥੀ ਨੇ ਹਾਥੀ ਰਹਿਣਾ, ਭਾਵੇਂ ਕਿੰਨੇ ਵੀ ਅੱਗੇ ਪਿੱਛੇ। ਸਮਝਦੇ ਹੋ? ਬੜਿਆਂ ਨੇ ਬੜਾ ਕੁਝ ਬੋਲਿਆ, ਗੁਰੂ ਸਾਹਿਬ ਨੇ ਅੱਖ ਭਰ ਕੇ ਕਿਸੇ ਵੱਲ ਨਹੀਂ ਵੇਖਿਆ। ਉਹ ਸਮਾਜ ਤੇ ਤਰਸ ਕਰਦੇ ਆ ਵੀ ਇਹਨਾਂ ਮੂਰਖਾਂ ਨੂੰ ਕਿੱਥੇ ਵਿਚਾਰਿਆਂ ਨੂੰ ਪਤਾ ਹੈ, ਇਹਨਾਂ ਦੇ ਵੱਸ ਦਾ ਕੰਮ ਥੋੜੀ ਹੈ। ਜਿੰਨੀ ਕੁ ਰੱਬ ਨੇ ਅਕਲ ਦਿੱਤੀ ਆ, ਬੁੱਧ ਦਿੱਤੀ, ਬੰਦਾ ਉਹਨਾਂ ਕੀ ਬੋਲਦਾ, ਉਹ ਤੋਂ ਬਾਅਦ ਬੋਲ ਹੀ ਨਹੀਂ ਸਕਦਾ। ਤੇ ਫਿਰ ਕਸੂਰ ਕੀ ਹੈ? ਕਿਉਂਕਿ ਉਹ ਵਿਚਾਰਾ ਇੰਨੇ ਜੋ ਗਈ ਹੈ, ਇਹ ਤੋਂ ਵੱਧ ਨਹੀਂ ਬੋਲੇਗਾ। ਸੌਫਟਵੇਅਰ ਹੀ ਇੰਨਾ ਹੈ। ਹੁਣ ਜਦੋਂ ਲੋਕ ਚੰਗਾ ਮਾੜਾ ਬੋਲਦੇ ਆ, ਜੈਰਾਮ ਨੂੰ ਪਰਵਾਹ ਨਹੀਂ ਹੈ। ਜਦੋਂ ਸਤਿਗੁਰ ਨਾਲ ਹੋਵੇ ਤੇ ਦੁਨੀਆ ਦੀ ਪਰਵਾਹ ਪਿਆਰਾ ਨਾਲ ਹੋਵੇ। ਗੁਰੂ ਸਾਹਿਬ ਜੀ ਨੇ ਕਿਸੇ ਨੂੰ ਨਹੀਂ ਬੁਲਾਇਆ, ਨਾ ਜੈ ਰਾਮ ਜੀ ਨੂੰ ਬੁਲਾਇਆ। ਸਮੇਂ ਦੇ ਨਵਾਬ ਦੀ ਕਚਹਿਰੀ ਵੱਲ ਕਦਮ ਕਦਮ ਤੁਰੇ ਜਾਂਦੇ ਨੇ। ਸੰਗ ਜਰਾਮ ਹੈ ਜਾਵਤ ਰਾਜਤ, ਰੂਪ ਪਰਾਤਮ ਆਤਮ ਜੈਸੇ। ਜੈ ਰਾਮ ਇੰਨੇ ਖੁਸ਼ ਹੋ ਗਏ, ਹੁਣ ਸ਼ਾਨ ਨਾਲ ਸਿਰ ਚੁੱਕ ਲਿਆ ਗੁਰੂ ਨਾਨਕ ਨੇ। ਸਤਿਗੁਰ ਨਾਲ ਜਿਹਦੇ ਨਾਲ ਰੱਬ ਹੋਵੇ ਨਾ, ਦੁਨੀਆ ਨੂੰ ਤੋੜ ਨਹੀਂ ਸਕਦੀ। ਔਰੰਗਜ਼ੇਬ ਨੇ ਕੋਸ਼ਿਸ਼ ਕੀਤੀ, ਬਾਈ ਧਾਰ ਦੇ ਰਾਜਿਆਂ ਨੇ, ਵੀ ਕਲਗੀਧਰ ਦੀਆਂ ਅੱਖਾਂ ਚੋਂ ਅਥਰੂ ਲੈ ਕੇ ਆਉਣੇ। ਜ਼ੋਰ ਲਾ ਲਿਆ, ਪਰਿਵਾਰ ਦੇ 22 ਮੈਂਬਰ ਸ਼ਹੀਦ ਕੀਤੇ। ਇੱਥੋਂ ਤੱਕ ਲਖ ਤੇ ਜ਼ਿਗਰ 4 ਪੁੱਤ ਸ਼ਹੀਦ ਕਰਤੇ। ਮਰਨੀ ਮਰ ਗਿਆ ਔਰੰਗਜ਼ੇਬ, ਤੜਫਦਾ ਗੁਰੂ ਨੂੰ ਮਿਲਣ ਵਾਸਤੇ, ਤਰਸਦਾ ਮਰ ਗਿਆ। ਕਹਿੰਦਾ ਮੈਂ ਰੱਬ ਨੂੰ ਰਵਾ ਨਹੀਂ ਸਕਿਆ। ਖੁਦਾ ਦਾ ਨਾਮ ਰਵਾਉਣਾ ਦੂਰ ਦੀ ਗੱਲ, ਕੋਈ ਉਹਨੂੰ ਮੈਂ ਦੁਖੀ ਵੀ ਨਹੀਂ ਕਰ ਸਕਿਆ। ਕੋਈ ਉਹ ਵੀ ਸਮਾਂ ਸੀ ਮਾਛੇਵਾੜੇ ਦੀ ਧਰਤੀ ਤੇ ਸ੍ਰੀ ਸਾਹਿਬ ਰੱਖ ਕੇ ਛਾਤੀ ਤੇ ਕਹਿੰਦੇ ਸੀ, ਮਿੱਤਰ ਪਿਆਰੇ ਨੂੰ ਹਾਲ ਪ੍ਰੀਤਾਂ ਦਾ ਕਹਿਣਾ। ਕੀਤਾ ਦੁਖੀ ਕਿਸੇ ਨੇ? ਤਤੀਆਂ ਤਵੀਆਂ ਤੇ ਗੁਰੂ ਅਰਜਨ ਦੇ ਪਾਤਸ਼ਾਹ ਬਹਿ ਕੇ ਬਿਠਾਏ ਕਿਉਂ ਸੀ ਉਹਨਾਂ ਨੇ? ਵੀ ਦੁਖੀ ਹੋਣਗੇ, ਮਾਫੀ ਮੰਗਣਗੇ। ਨਹੀਂ, ਉੱਤੇ ਬੈਠੇ ਕਹਿੰਦੇ ਤੇਰਾ ਕੀਆ ਮਿੱਠਾ ਲੱਗਿਆ। ਇਹ ਹੈ ਸੱਜਣ ਦੀ ਭਗਤੀ, ਇਹ ਹੈ ਸੱਜਣ ਲਈ ਪ੍ਰੀਤ। ਜੈ ਰਾਮ ਇੰਨੇ ਖੁਸ਼ ਅੰਦਰੋਂ, ਕੱਪੜੇ ਮੈਟਰ ਨਹੀਂ ਕਰਦੇ ਵੀ ਮੇਰੇ ਮੈਲੇ ਆ ਜਾਂ ਗੁਰੂ ਸਾਹਿਬ ਨੇ ਕਿਹੋ ਜਿਹੇ ਪਾਏ ਆ। ਕੋਈ ਪਿਆਰ ਦੀਆਂ ਖੇਡਾਂ ਨੇ। ਸ਼ਾਨ ਨਾਲ ਸਿਰ ਝੁਕਿਆ ਹੋਇਆ, ਲੋਕੀ ਬੋਲਦੇ ਬੋਲੀ ਜਾਣਦੇ ਹੋ, ਬੇਪਰਵਾਹ ਹੋ ਕੇ ਕਦਮ ਨਾਲ ਕਦਮ ਮਿਲਾ ਕੇ ਕਹਿੰਦੇ ਏਦਾਂ ਮੰਨ ਲਓ ਹੰਸਾਂ ਦੀ ਜੋੜੀ ਤੁਰੀ ਜਾਂਦੀ ਹੈ। ਜਿਹਦਾ ਮਨ ਹਿਰਦਾ ਸਾਫ ਆ ਨਾ, ਕੋਈ ਉਹਨੂੰ ਕੱਪੜੇ ਮੈਲੇ ਕੁਛ ਨਹੀਂ ਕਹਿੰਦੇ। ਜਿਹਦਾ ਅੰਦਰ ਖੋਰ ਭਰਿਆ ਨਾ, ਪਾਪ ਕੂੜ ਭਰਿਆ, ਮੈਂ ਕਹਿੰਦਾ ਜਿੰਨੇ ਮਰਜ਼ੀ ਬ੍ਰਾਂਡਡ ਕੱਪੜੇ ਪਾਈ ਜਾ, ਲੋਕੀ ਕਹਿੰਦੇ ਔਕਾਤ ਮਾੜੀ ਹੋਈ ਆ। ਖੁਦਾ ਦਾ ਨਾਮ ਕੁਛ ਨਹੀਂ ਕਰਦੇ। ਜੀਵਨ ਦੇ ਵਿਚਾਰ ਅੱਛੇ ਹੋਣੇ ਚਾਹੀਦੇ ਆ, ਜੀਵਨ ਦੀਆਂ ਗੱਲਾਂ ਚੰਗੀਆਂ ਹੋਣੀਆਂ ਚਾਹੀਦੀਆਂ ਨੇ, ਸੋਚ ਚੰਗੀ ਹੋਵੇ। ਕੱਪੜਿਆਂ ਕੁੱਪੜਿਆਂ ਦਾ ਕੋਈ ਰੌਲਾ ਨਹੀਂ। ਬੰਦਾ ਜੇ ਵਿਦਵਾਨ ਹੋਵੇ, ਇਹਨਾਂ ਦੇ ਕੱਪੜੇ ਮੈਟਰ ਨਹੀਂ ਕਰਦੇ। 50 ਬੰਦਿਆਂ 'ਚ ਬਹਿ ਕੇ ਇਹੋ ਜਿਹੀ ਗੱਲ ਕਰੇ, ਲੋਕੀ ਸੋਚਣ ਲੱਗ ਜਾਂਦੇ ਆ ਵੀ ਯਾਰ ਕੋਈ ਤੇ ਗੱਲ ਹੈ। ਵਧੀਆ ਕੱਪੜੇ ਪਾ ਕੇ ਉੱਲੂ ਵਾਂਗੂ ਵੇਖੀ ਜਾ, ਸਮਝ ਹੀ ਨਹੀਂ ਆਉਂਦਾ ਕੁਝ, ਲੋਕ ਦਿਖਾਵੇ ਹੀ ਆ। ਹੁਣ ਜੈ ਰਾਮ ਜੀ ਨੇ ਮੈਲੇ ਕੱਪੜੇ ਪਾਏ ਕਿਉਂਕਿ ਕਈ ਦਿਨਾਂ ਤੋਂ ਰੋ ਰਹੇ ਆ, ਦੁਖੀ ਨੇ, ਕੁਝ ਸਮਝ ਨਹੀਂ ਆਉਂਦਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੱਪੜੇ ਕਿਹੋ ਜਿਹੇ ਆ ਜੀ? ਇੱਕ ਕੱਪੜੇ ਪਾਈ ਗੋਡਿਆਂ ਤੱਕ, ਉਹ ਵੀ ਧੂੜ ਨਾਲ ਸਵਾਹ ਨਾਲ ਭਰੀ ਹੈ। ਵੇਖ ਵੇਖ ਲੋਕ ਭੱਜਣ ਲੱਗ ਪਏ। ਇਹ ਦੁਨੀਆ ਦੀ ਅਕਲ ਹੀ ਠੀਕ ਹੈ, ਜਮਾਨੇ ਦੀ ਮਾਤੀ ਇੰਨੀ ਹੈ। ਹੁਣ ਜੇ ਉਹਨਾਂ ਨੂੰ ਬਹਿ ਕੇ ਕੋਸਣ ਲੱਗ ਜਾਓ, ਤੈਨੂੰ ਤੇ ਅਕਲ ਹੀ ਨਹੀਂ, ਤੈਨੂੰ ਤੇ ਮਤ ਨਹੀਂ, ਉਹਨੂੰ ਤੇ ਹੈ ਨਹੀਂ। ਸੱਜਣਾ ਤੂੰ ਕਿਉਂ ਸਮਾਂ ਵੇਸਟ ਕੀਤਾ ਉਹਦੇ ਵਿੱਚ? ਤੈਨੂੰ ਤੇ ਸਮਝ ਹੈ। ਕੋਈ ਪੱਥਰ ਆਖੀ ਜਾਵੇ ਹੀਰੇ ਨੂੰ, ਤੈਨੂੰ ਕੀ ਚਿੰਤਾ? ਤੂੰ ਤੇ ਮੁੱਲ ਲਿਆ ਨਾ, ਤੈਨੂੰ ਤੇ ਭਰੋਸਾ ਹੋਣਾ ਚਾਹੀਦਾ। ਗੁਰੂ ਨਾਨਕ ਸਾਹਿਬ ਮਹਾਰਾਜ ਐਸੇ ਹੀਰੇ ਜਦ ਨਾਲ ਚੱਲੇ ਨੇ, ਕਹਿੰਦੇ ਸਿਰ ਤਾਣ ਕੇ ਉੱਚਾ ਕਰਕੇ ਨਵਾਬ ਦੀ ਕਚਹਿਰੀ ਜਾਂਦੇ। ਜਦੋਂ ਕਚਹਿਰੀ ਵਾਲਿਆਂ ਵੇਖਿਆ, ਹੱਸ ਪਏ। ਦੁਨੀਆ ਕੀ ਵੇਖਦੀ ਹੈ? ਦੁਨੀਆ ਸਿਰਫ ਤੁਹਾਡਾ ਲਿਬਾਸ ਵੇਖਦੀ ਹੈ। ਆਸਤਾ ਬਕਰ ਦਾ ਜੀਵਨ ਸੁਣਿਆ,
ਕਿਤੇ ਸੁਣਿਆ ਹੋਣਾ ਆਪ ਜੀ ਨੇ ਪ੍ਰਸੰਗਾਂ 'ਚ, ਗੁਰੂ ਸਾਹਿਬ ਨੇ ਬਾਣੀ 'ਚ ਦਰਜ ਕੀਤਾ ਹੋਇਆ। ਉਹ ਕਹਿੰਦਾ ਸੀ ਆ ਜਿੰਨੇ ਲੋਕ ਚੰਮ ਦੇ ਯਾਰ ਬੈਠੇ, ਕਹਿੰਦੇ ਇਹਨਾਂ 'ਚ ਵਿਦਵਾਨ ਹੀ ਕੋਈ ਨਹੀਂ। ਮੇਰਾ ਸਰੀਰ ਵੇਖ ਕੇ ਹੱਸਣ ਲੱਗ ਗਏ ਵੀ 8 ਵਲ ਪੈਂਦੇ ਸਰੀਰ ਨੂੰ, ਬਿੰਗਾ ਟੇਢਾ ਜਾਂ ਕਿਵੇਂ ਤੁਰਿਆ ਹੁੰਦਾ ਹੈ। ਸੱਚੀ ਲੋਕ ਵੀ ਅੱਜ ਸਾਡਾ ਲਿਬਾਸ ਹੀ ਵੇਖਦੇ ਆ, ਤੁਹਾਡੇ ਪੱਲੇ ਕੀ ਕੋਈ ਨਹੀਂ ਵੇਖਦਾ। ਕੀ ਹੈ ਤੁਹਾਡੇ? ਨਹੀਂ ਕੋਈ ਵੇਖਦਾ। ਜਦੋਂ ਗੁਰੂ ਸਾਹਿਬ ਦਾ ਲਿਬਾਸ ਵੇਖਿਆ ਕਹਿੰਦੇ ਸਾਰੀ ਸਭਾ ਹੱਸ ਪਈ। ਮੂਰਖ ਲੋਕ ਨੇ ਨਾ, ਅਵਸਥਾ ਨਹੀਂ ਜਾਣਦੇ। ਪਰ ਜੈ ਰਾਮ ਜੀ ਨੂੰ ਅੱਜ ਫਰਕ ਨਾ ਪਿਆ, ਜਾ ਕੇ ਨਵਾਬ ਨੂੰ ਨਮਸਕਾਰ ਕੀਤੀ ਹੈ। ਵੇਦਨ ਕੀਤ ਸੋ ਲਿਖੀ ਕਹੀਤ, ਗਏ ਜਬ ਖਾਨਨ ਕੀਤ ਮੈਂ ਪੈਸੇ। ਹੁਣ ਜਿਸ ਵੇਲੇ ਨਵਾਬ ਦੀ ਕਚਹਿਰੀ ਵਿੱਚ ਆਏ, ਉੱਥੋਂ ਭਾਈ ਬਾਲਾ ਜੀ ਨੂੰ ਸੁਨੇਹਾ ਭੇਜਿਆ ਗਿਆ ਵੀ ਜਿੰਨੀਆਂ ਤੁਹਾਡੀਆਂ ਬਈਆਂ ਖਾਤੇ ਚੁੱਕ ਲਿਆਓ, ਫਿਰ ਜੋ ਲੈਗਜ਼ਰਾਂ ਬਈਆਂ ਲਿਆਓ। ਤੇ ਭਾਈ ਬਾਲਾ ਜੀ ਬੜੇ ਖੁਸ਼ ਹੋਏ, ਮੇਰੇ ਸਤਿਗੁਰ ਆ ਗਏ, ਸੱਚੇ ਪਾਤਸ਼ਾਹ ਨੇ ਕਿਹਾ। ਕਹਿੰਦੀ ਉਹਨਾਂ ਨੇ ਚੱਕੀਆਂ ਕਾਪੀਆਂ ਕਿਤਾਬਾਂ, ਖੁਸ਼ ਹੋਏ। ਨਵਾਬ ਕਹਿੰਦਾ ਏਦਾਂ ਕਰੋ, ਮੇਰੇ ਘਰ ਚਲੋ, ਇੱਕ ਪਾਸੇ ਬਹਿ ਕੇ ਹਿਸਾਬ ਕਿਤਾਬ ਹੋਵੇ, ਕਚਹਿਰੀ 'ਚ ਨਾ ਹੋਵੇ, ਕਿਉਂਕਿ ਹਿਸਾਬ ਕਿਤਾਬ ਹਮੇਸ਼ਾ ਕਿਸੇ ਖਾਸ ਥਾਂ ਤੇ ਹੁੰਦੇ ਆ। ਉਹਨੇ ਆਪਣੇ ਜਿੰਨੇ ਵੀ ਮੁਨਸ਼ੀ ਸਨ, ਮੁਨੀਮ ਸਨ, ਖਜ਼ਾਨਚੀ ਸੀ, ਉਹਨਾਂ ਨੂੰ ਹੁਕਮ ਦਿੱਤਾ ਏ ਲੀਨੋ ਨਵੀਂ ਸਿੰਧ ਸੰਗਮ ਕੰਦ, ਆਨੰਦ ਹਿਰਦੇ ਬਰ ਮੰਦਰ ਬੈਸੇ। ਹੁਣ ਸਮੇਂ ਦਾ ਨਵਾਬ ਤਰਕ ਮਾਰ ਕੇ ਕਹਿੰਦਾ, ਤੰਜ ਕੱਸ ਕੇ, ਮਿਹਣਾ ਜਾ ਮਾਰ ਕੇ, ਆਪਣੇ ਨਵੀਂ ਸਿੰਧ ਜਿਹੜੇ ਨੇ ਨਾ ਹਿਸਾਬ ਕਿਤਾਬ ਕਰਨ ਵਾਲੇ ਸੀਏ, ਉਹਨਾਂ ਸੁਣਿਆ, ਉਹਨਾਂ ਨੂੰ ਬੁਲਾ ਕੇ ਕਹਿੰਦਾ ਨਾਨਕ ਜੀ ਆ ਕੇ ਲੈ ਲਓ ਹਿਸਾਬ ਕਿਤਾਬ। ਫਿਰ ਕਿਉਂ ਬੋਲਿਆ ਏਦਾਂ? ਵੀ ਤੇ ਸਭ ਕੁਝ ਲੁਟਾਈ ਫਿਰਦੇ ਆ, ਇਹਨਾਂ ਕੋਲ ਕੀ ਨਿਕਲਣਾ ਹੈ? ਜਿਹਨੇ ਕੱਪੜੇ ਪਾਟੇ ਪਾਇਓ ਬੰਦਿਆ, ਕੱਪੜਿਆਂ ਤੇ ਨਾ ਜਾਈ, ਕਿਉਂਕਿ ਲਾਲ ਹਮੇਸ਼ਾ ਨਾਲੇ ਕੱਪੜਿਆਂ 'ਚ ਹੀ ਹੁੰਦੇ ਆ। ਕਦੇ ਕੋਠੀਆਂ ਮਹਿਲਾਂ ਤੇ ਨਾ ਜਾਈ। ਵੱਡੇ ਵੱਡੇ ਸਿੰਘ ਜੋ ਸ਼ਹੀਦ ਹੋਏ, ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ, ਵੱਡੇ ਵੱਡੇ ਰਾਜੇ ਮਹਾਰਾਜੇ ਦੁਨੀਆ ਨੂੰ ਜਿੱਤਣ ਵਾਲੇ ਹੋਏ, ਝੁੱਗੀਆਂ ਝੋਪੜੀਆਂ 'ਚ ਜੰਮੇ। ਆਖੋ ਸਤਿਨਾਮ। ਉਹ ਇੱਕ ਦੱਸ ਦਿਓ ਜਿਹੜਾ ਮਹਿਲਾਂ 'ਚ ਜੰਮਿਆ ਹੋਵੇ, ਜਿਹਨੇ ਕੁਝ ਕੀਤਾ ਹੋਵੇ ਪਰੌਂਠੇ ਖਾਣ ਤੋਂ ਬਿਨਾਂ। ਪਰ ਕਦੇ ਭਗਤ ਸਿੰਘ ਦਾ ਜੀਵਨ ਪੜ੍ਹਿਓ, ਕਰਤਾਰ ਸਿੰਘ ਸਰਾਭੇ ਦਾ ਪੜ੍ਹਿਓ, ਜੱਸਾ ਸਿੰਘ ਆਲੂਵਾਲੀਆ, ਰਾਮਗੜ੍ਹੀਆ ਪੜ੍ਹਿਓ ਕਦੇ ਜਾ ਕੇ। ਮਹਾਰਾਜਾ ਰਣਜੀਤ ਸਿੰਘ ਕੌਣ ਸਨ, ਕਿੱਥੇ ਜੰਮੇ ਸੀ, ਪਰਿਵਾਰ ਕਿਹੋ ਜਿਹਾ ਸੀ, ਕਿਹੋ ਜਿਹੀ ਜ਼ਿੰਦਗੀ, ਪੜ੍ਹਿਓ ਤੇ ਸਹੀ ਕਦੇ। ਫੇਰ ਪਤਾ ਲੱਗਦਾ ਹੈ ਜਦ ਵੀ ਰੱਬ ਖੜਿਆ ਉਹਨਾਂ ਨਾਲ ਖੜਿਆ ਜਿਹੜੇ ਕਹਿੰਦੇ ਸਾਡਾ ਹੈ ਹੀ ਕੋਈ ਨਹੀਂ। ਭਰੇ ਦਰਬਾਰ ਦੇ ਵਿੱਚ ਨਵਾਬ ਨੇ ਜਦੋਂ ਤਰਕ ਮਾਰ ਕੇ ਆਖਿਆ ਹਿਸਾਬ ਲੈ ਲਓ, ਇਹਦਾ ਕੀ ਭਾਵ ਸੀ? ਸਲਾਹ ਕੋਈ ਸੀ ਵੀ ਇਹੋ ਜਿਹੇ ਤਰੀਕੇ ਨਾਲ ਲਪੇਟਿਓ, ਕੰਨੀ ਹੱਥ ਲਾ ਕੇ ਕਹਿਣ ਵੀ ਬਖਸ਼ ਦਿਓ, ਮਾਫ ਕਰਿਓ, ਅਸੀਂ ਗਲਤੀ ਕਰ ਲਈ, ਮੋਦੀ ਖਾਨਾ ਕਰੋਗੇ। ਇਸ਼ਾਰਾ ਸੀ। ਕਹਿੰਦੇ ਉਸੇ ਵੇਲੇ ਸਾਰੇ ਇਕੱਠੇ ਹੋਏ ਜੀ। ਅੱਗੇ ਤੇ ਇੱਕ ਦੋ ਬਹਿੰਦੇ ਸੀ ਨਵੀਂ ਸਿੰਧ, ਜਿਨ੍ਹਾਂ ਚੋਂ ਇੱਕ ਮੇਨ ਸੀ ਜਾਦੋ ਰਾਈ। ਕਦੇ ਹਮਦਰਦੀ ਵੀ ਕਰਦਾ ਸੀ, ਪਰ ਅਕਸਰ ਲੋਕਾਂ ਦੀ ਕੋਈ ਹਮਦਰਦੀ ਨਹੀਂ ਹੁੰਦੀ। ਜੇ ਹੁਕਮ ਆ ਗਿਆ ਨਾ ਬੰਦਾ ਅੰਦਰ ਕਰਨਾ ਹੈ, ਸਸਪੈਂਡ ਕਰਨਾ ਹੈ, ਮੈਂ ਕਹਿੰਦਾ ਨਾਲ ਵੀ ਰਹਿੰਦਾ ਹੋਵੇ, ਇਕੱਠੇ ਖਾਂਦੇ ਪੀਂਦੇ ਹੋਣ, ਕਹਿੰਦਾ ਜੀ ਮੈਂ ਬੇਵੱਸ ਹਾਂ, ਮੈਨੂੰ ਹੁਕਮ ਆਇਆ ਕਰਨਾ ਪੈਣਾ। ਸਮੇਂ ਦਾ ਜਾਦੋ ਰਾਈ ਗੁਰੂ ਸਾਹਿਬ ਤੇ ਕਦੇ ਲੱਗਦਾ ਹੁੰਦਾ ਸੀ, ਫਿਰ ਸ਼ਰਧਾ ਰੱਖਣ ਲੱਗ ਗਿਆ। ਪਰ ਨਵਾਬ ਨੇ ਕਿਹਾ ਵੀ ਹਿਸਾਬ ਕਿਤਾਬ 1 ਸਾਲ ਦਾ ਕਰੋ। ਬਹਿ ਕੇ ਸੱਚੇ ਪਾਤਸ਼ਾਹ ਫਿਰ ਘਰੇ ਸਪੈਸ਼ਲ ਥਾਂ ਤੇ ਜੈ ਰਾਮ ਜੀ ਉੱਚੀ ਥਾਂ ਤੇ ਬਿਠਾਇਆ, ਬਰਾਬਰ ਬਹਿ ਗਏ। ਨਵੀਂ ਸਿੰਧ ਜਿੰਨੇ ਸੀ ਉਹਨਾਂ ਸਮਿਆਂ ਦੇ ਹਿਸਾਬ ਕਿਤਾਬ ਕਰਨ ਵਾਲੇ ਮੁਨਸ਼ੀ, ਉਹਨਾਂ ਨੇ ਫਿਰ 1 ਸਾਲ ਦਾ ਲੇਖਾ ਜੋਖਾ ਫੋੜਿਆ। ਕੀ ਆਇਆ, ਕੀ ਖਰਚਿਆ, ਕੀ ਗਵਾਇਆ, ਕਿੰਨਾ ਇਕੱਠਾ ਕੀਤਾ। ਇੱਕ ਬੰਦਾ ਨਹੀਂ ਹੈ, ਪੂਰੀ ਟੀਮ ਬੈਠੀ ਹੈ, ਪੂਰਾ ਪੈਨਲ ਬੈਠਾ ਏ। ਕੀਨੋ ਹੈ ਲਿਖਾ ਅਲਿਖ ਜੋ, ਪਤ ਲਿਖਾ ਕੋ ਲਿਖਾ ਘਟੇ ਕੋ ਕੈਸੇ। ਉਸ ਵੇਲੇ ਭਾਈ ਬਾਲਾ ਜੀ ਕਹਿੰਦੇ ਮੈਂ ਇਸ ਦੁਨੀਆ ਨੂੰ ਕੀ ਉਲਾਂਭਾ ਦਿਆਂ, ਜਿਸ ਰੱਬ ਨੇ ਤੈਨੂੰ ਕਦੇ ਗਿਣਤੀ ਦੇ ਸਾਹ ਨਹੀਂ ਦਿੱਤੇ, ਜਿਸ ਪਰਮਾਤਮਾ ਨੇ ਤੇਰੀ ਜ਼ਿੰਦਗੀ ਦੇ ਔਗਣਾਂ ਨੂੰ ਕਦੇ ਗਿਣਿਆ ਨਹੀਂ, ਇਸ ਦੁਨੀਆ ਨੇ ਉਸ ਰੱਬ ਨੂੰ ਕਟਹਿਰੇ 'ਚ ਬਿਠਾ ਕੇ ਵੀ ਉਹਦਾ ਹਿਸਾਬ ਮੰਗਿਆ। ਆਖੋ ਸਤਿਨਾਮ। ਰੱਬ ਦਾ ਵੀ ਲੇਖਾ ਕੀਤਾ ਦੁਨੀਆ ਨੇ, ਵਿਦੇਸ਼ ਸਨ। ਸੰਸਾਰ ਹੈ ਭਾਈ, ਸੰਸਾਰ ਦੇ ਵਿੱਚ ਜੇ ਇਹਨੂੰ ਸੁਪਨਾ ਸਮਝ ਕੇ ਚੱਲਾਂਗੇ ਤੇ ਬੜੇ ਖੁਸ਼ ਰਹਾਂਗੇ। ਜਿੱਧਰ ਸੱਚ ਮੰਨਣ ਲੱਗੇ ਨਾ ਤੇ ਮੰਨਿਆ ਸੱਚ ਸੀ, ਜੋ ਚਾਹਿਆ ਉਹ ਹੋਇਆ ਨਹੀਂ, ਦੁਖੀ ਆ ਨਾ। ਸਮਝ ਲਓ ਤੁਹਾਡੇ ਕੋਲ ਨੌਕਰੀ ਆਈ, ਖੁਸ਼ ਵੀ, ਫਿਰ ਕੀ ਹੋ ਗਿਆ? ਵਿਦੇਸ਼ ਜਾਣਾ ਚਾਹੁੰਦੇ ਸੀ, ਨਹੀਂ ਗਏ, ਤਾਂ ਕੀ ਹੋ ਗਿਆ? ਜ਼ਿੰਦਗੀ ਦੇ ਆ ਸੁੱਖਾਂ ਦੀ ਆਸ ਸੀ, ਉਹ ਨਹੀਂ ਮਿਲੇ, ਫਿਰ ਕੀ ਹੋਇਆ? ਉਹ ਜ਼ਿੰਦਗੀ ਤੇ ਹੈ। ਬੜੇ ਲੋਕ ਇਸ ਦੁਨੀਆ ਤੇ ਹੋਣਗੇ ਤੇਰੇ ਵਰਗਾ ਬਣਨ ਵਾਸਤੇ,
दिन रात रब अगे तरले करते होने, आखो सतनाम रब्बा ओहो जे बंदे वर्गा बना दे, मैं ਉਹਦੇ बराबर पहुंच जा, पर तू सब कुछ पा के कहना हाय रब्बा मैनू की दिता, मैं मर गया मैं दुखी बड़ा। ਇੱਥੇ ਜੇ ਦੁਨੀਆ ਦੇ ਦੁੱਖ ਵੇਖਾਂਗੇ ਉਹ ਵੀ ਲੋਕ ਨੇ ਜਿਨ੍ਹਾਂ ਦੇ ਘਰਾਂ ਵਿੱਚ ਪੰਜਾਬ ਦੀ ਧਰਤੀ ਤੇ ਵੇਖੋ ਇੱਕ ਮਾਂ ਦੇ ਕੋਲ 4-4 ਪੁੱਤ ਨੇ, ਚਾਰੇ ਅਪਾਹਜ ਨੇ, ਪਤੀ ਮੰਜੇ ਤੇ ਪਿਆ ਪੈਰਾਂ ਨਾਲ, ਵੇਖਿਆ ਨਹੀਂ ਜਾਂਦਾ ਕੀ ਜ਼ਿੰਦਗੀ ਹੋਣੀ ਉਸ ਮਾਂ ਦੀ ਜਿਹਨੇ ਆਪਣੇ ਸਾਰੇ ਪਰਿਵਾਰ ਨੂੰ ਪਾਲਣਾ ਵੀ ਹੈ ਤੇ ਕਿਤੇ ਜਾ ਵੀ ਨਹੀਂ ਸਕਦੀ। ਤੇ ਸਾਡੇ ਵਰਗੇ ਰੱਬ ਨੇ ਜਿਹਨੂੰ ਸਭ ਕੁਝ ਦਿੱਤਾ, ਅਸੀਂ ਤੇ ਸਵੇਰ ਤੋਂ ਲੱਗ ਜਾਣੇ ਕੁਛ ਆ ਵੀ ਸਾਡੇ ਕੋਲ, ਅਸੀਂ ਸੜੀ ਜਾਂਦੇ ਲੋਕਾਂ ਨੂੰ ਵੇਖ ਕੇ ਉਹਦੇ ਕੋਲ ਇੰਨਾ ਕੁਝ, ਸਾਡੇ ਕੋਲ ਖੁਸ਼ ਰਹਿ। ਜਿਸ ਵਾਹਿਗੁਰੂ ਨੇ ਤੈਨੂੰ ਸਾਹ ਦੇ ਤੇ ਤੂੰ ਕੀ ਸ਼ੁਕਰ ਦੇ ਸਕਦਾ। ਵੇਖੋ ਆ ਕਰੋਨਾ ਦੇ ਹਾਲਾਤਾਂ 'ਚ ਆਕਸੀਜਨ ਕਿਹੜੇ ਹਿਸਾਬ ਨਾਲ ਜਾ ਰਹੀ ਹੈ, ਟੈਂਕਰ ਚੋਰੀ ਹੋ ਰਹੇ ਆ ਹੁੰਦੇ ਆ, ਕੋਈ 3-3 1500 ਦਾ ਸਿਲੰਡਰ ਅੱਜ 3-3 ਹਜ਼ਾਰ 30-30 ਹਜ਼ਾਰ ਬਲੈਕ 'ਚ ਜਾ ਰਿਹਾ ਹੈ, ਕੁਛ ਘੰਟਿਆਂ ਲਈ ਹੁੰਦਾ ਹੈ। ਤੇ ਜਿਸ ਨਿਰੰਕਾਰ ਨੇ ਤੈਨੂੰ ਇਹ ਆਕਸੀਜਨ ਵਿਰਸੇ 'ਚ ਦੇਤੀ ਜੀਵਨ ਭਰ, ਤੂੰ ਉਹਨੂੰ ਕਹਿਣਾ ਮੈਨੂੰ ਦਿੱਤਾ ਕੀ, ਆਖੋ ਸਤਨਾਮ। ਅੱਜ ਪੁੱਛੋ ਆਕਸੀਜਨ ਦੀ ਕੀਮਤ ਕੀ ਹੈ, ਕਦਰ ਕੀ ਹੈ। ਕੋਰੀਡੋਰ ਬਣ ਰਹੇ ਨੇ ਗਰੀਬ, ਪੂਰੀ ਦੁਨੀਆ 'ਚ ਕਿੱਲਤ ਆਈ ਪਈ ਹੈ, ਜੋ ਬ੍ਰਹਿਮੰਡ 'ਚ ਕੰਜ਼ਿਊਮ ਕਰ ਲੈ, ਖਿੱਚ ਲੈ, ਖਤਮ ਕਰ ਦੇ, ਕੀ ਕਰੇ। ਉਹਨੇ ਬਿਨਾਂ ਮੰਗਿਆ ਤੈਨੂੰ ਇੰਨਾ ਕੁਝ ਦੇਤਾ, ਬੰਦੇ ਆਉਣਾ ਬੇਨਾ ਦੇ ਅੱਖ ਸ਼ੁਕਰ ਕਰਿਆ ਕਰ, ਹਰ ਵੇਲੇ ਸ਼ੁਕਰ। ਇੱਕ ਦਿਨ ਰੋਟੀ ਵੀ ਨਾ ਮਿਲੇ ਤਾਂ ਵੀ ਸ਼ੁਕਰ ਕਰ, ਜੇ ਰੱਬਾ ਦੇ ਮੈਨੂੰ ਨਹੀਂ ਨਾ ਦਿੱਤੀ, ਹੋ ਸਕਦਾ ਮੇਰੇ ਹਿੱਸੇ ਦਾ ਕਿਸੇ ਦੀ ਦੇ ਕੇ ਜਾਨ ਬਚਾਈ ਹੋਣੀ, ਕਿਸੇ ਹੋਰ ਨੂੰ ਮਿਲ ਗਈ ਹੋਣੀ, ਤਾਂ ਵੀ ਤੇਰਾ ਸ਼ੁਕਰ। ਇਸ ਵਾਸਤੇ ਦਿੰਦੇ ਆ ਨਾ, ਕਹਿੰਦੀ ਉਸ ਵੇਲੇ ਜਦੋਂ ਸਾਰੇ ਬੈਠੇ, ਜੈਰਾਮ ਬੈਠੇ, ਹੁਣ ਭਰੋਸਾ ਪੂਰਾ ਹੈ, ਹਰਾ ਨਹੀਂ ਸਕਦਾ ਕੋਈ। ਸਮੇਂ ਦੇ ਨਵਾਬ ਦੇ ਬੈਠੇ ਉਹ ਮੁਨਸ਼ੀ ਸਤਿਗੁਰਾਂ ਨੂੰ ਉਲਝਾਉਣਾ ਚਾਹੁੰਦੇ ਹਨ। ਇੱਕ ਸਾਲ ਕੋ ਲਿਖਾ ਵਿਸਾਲ ਤੋ ਕਰ ਲੈ ਵਹੀ ਕੀਆ ਜੋਰ ਮਹਾਨਾ। ਹੱਸ ਹੱਸ ਕੇ ਕਹਿੰਦੇ ਆ ਜੀ ਸਾਲ ਦਾ ਹਿਸਾਬ ਕਿਤਾਬ ਹੈ ਬਹੁਤ ਵੱਡਾ। ਇਹ ਕੀ ਹੁੰਦਾ ਹੈ, ਬੰਦੇ ਨੂੰ ਮੈਂਟਲੀ ਸਟਰੋਂਗ ਤੋਂ ਥੱਲੇ ਸੁੱਟਣਾ, ਟੌਰਚਰ ਕਰੀ ਚਲੋ ਬਾਰ-ਬਾਰ ਗੱਲਾਂ। ਕਹਿੰਦੇ ਜੀ ਵੱਡਾ ਹਿਸਾਬ ਕਿਤਾਬ ਆ, ਔਖਾ ਹੋਊਗਾ, ਔਖਾ ਹੋਊਗਾ, ਚੱਲਣ ਦੇ ਫਿਰ ਕਰ ਲੋ ਜੋ ਕਰਨਾ ਹੈ। ਉਹਨਾਂ ਨੇ ਬੜੀ ਵਾਰ ਹਿਸਾਬ ਕਿਤਾਬ ਕੀਤਾ, ਕਈ ਬੰਦੇ ਬੈਠੇ ਆ ਵਾਧੇ ਘਾਟੇ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਕਿਉਂਕਿ ਜਦ ਕੋਈ ਬੇਈਮਾਨ ਹੋ ਜਾਏ ਨਾ ਫਿਰ ਉਹ ਜਿੱਤੇ ਨੂੰ ਵੀ ਹਰਾਉਣਾ ਚਾਹੁੰਦਾ ਹੁੰਦਾ ਹੈ। ਕੀ ਕਰੋਗੇ ਤੁਸੀਂ? ਬੜਾ ਕੁਝ ਇੱਥੇ ਹੈ, ਨੈਗੇਟਿਵ ਨੂੰ ਪੋਜ਼ਿਟਿਵ ਕਰ ਦਿੰਦੇ, ਪੋਜ਼ਿਟਿਵ ਨੂੰ ਨੈਗੇਟਿਵ ਕਰ ਦਿੰਦੇ ਆ, ਦੁਨੀਆ ਹੈ। ਕਿਸੇ ਦੇ ਦਿਲ ਵਿੱਚ ਕੌਣ ਵੜਿਆ ਜੀ, ਕੌਣ ਕੀ ਕਰਦੇ, ਕਿੰਨਾ ਕੁ ਇਮਾਨਦਾਰ ਹੈ। ਸਮੇਂ ਦੇ ਲੋਕਾਂ ਨੇ ਕੋਸ਼ਿਸ਼ ਕੀਤੀ ਵੀ ਅੱਜ ਇਹੋ ਜਿਹੇ ਹਾਲਾਤ ਬਣਾ ਦਈਏ ਵੀ ਇਹ ਸਾਲ ਦੇ ਹਿਸਾਬ ਕਿਤਾਬ ਵਿੱਚ ਫਸ ਜਾਣ। ਮੈਂ ਫਸ ਜਾਣ ਸ਼ਬਦ ਵਰਤੇ ਆ ਪੰਜਾਬੀ ਦਾ ਠੇਠ, ਤਾਂ ਜੋ ਜੈ ਰਾਮ ਜੀ ਨੂੰ ਖਹਿੜਾ ਛਡਾਉਣਾ ਔਖਾ ਹੋ ਜੇ। ਇਹ ਤੇ ਗਏ ਸ਼ਮਸ਼ਾਨ ਜਿਉਂਦੇ, ਪਿੱਛੇ ਵੀ ਤੁਰ ਜਾਣਾ, ਆਖੋ ਸਤਨਾਮ। ਦੁਨੀਆ ਜਰਦੀ, ਤੁਸੀਂ ਹੱਸਦੇ ਹੋ, ਤੁਹਾਡੇ ਹਾਸੇ ਜਰੇ ਜਾਂਦੇ ਕਿਸੇ ਤੋਂ। ਸ਼ੁਕਰ ਕਰੋ ਉਸ ਪਰਮਾਤਮਾ ਦਾ ਜਿਹਨੇ ਤੁਹਾਨੂੰ ਹੱਸਣ ਦਾ ਮੌਕਾ ਦਿੱਤਾ। ਬੜਿਆਂ ਨੂੰ ਸਾਰੀ ਜ਼ਿੰਦਗੀ ਨਸੀਬ ਨਹੀਂ ਹੋਇਆ ਹੱਸਣਾ, ਹਰ ਵੇਲੇ ਸ਼ੁਕਰ ਕਰੀਏ। ਕਹਿੰਦੇ ਉਸ ਵੇਲੇ ਨਵਾਬ ਦੇ ਬੈਠੇ ਬੰਦੇ ਆਲੇ ਦਾਲੇ ਹਿਸਾਬ ਕਿਤਾਬ ਲੈਂਦੇ। ਗੁਰੂ ਸਾਹਿਬ ਕਹਿੰਦੇ ਜੋ ਚਿੱਤ ਕਰਦੇ ਕਰ ਲਵੋ, ਲਿਖ ਲਓ। ਪੂਰਾ ਹਿਸਾਬ ਕਿਤਾਬ ਫਿਲਟਰ ਕਰਨਾ 2-3 ਦਿਨ ਚੱਲਦਾ ਰਿਹਾ। ਭਾਈ ਬਾਲਾ ਜੀ ਕੋਲ ਬੈਠੇ ਆ। ਹੁਣ ਜਦ ਵੀ ਜੈ ਰਾਮ ਆਉਂਦੇ ਸੋਹਣੇ ਵਸਤਰ ਪਾ ਕੇ ਆਉਣ ਲੱਗ ਪਏ, ਭਰੋਸਾ ਗੁਰੂ ਸਾਹਿਬ ਤੇ ਹੈ। ਤੇ ਸੱਚੇ ਪਾਤਸ਼ਾਹ ਘਰ ਨਹੀਂ ਜਾਂਦੇ, ਉਹ ਕਬਰਾਂ 'ਚ ਚਲੇ ਜਾਂਦੇ, ਸ਼ਮਸ਼ਾਨ 'ਚ ਚਲੇ ਜਾਂਦੇ ਆ, ਉਵੇਂ ਹੀ ਆ ਜਾਂਦੇ ਆ। ਨਾ ਰੋਟੀ ਖਾਣ, ਨਾ ਪਾਣੀ ਪੀਣ, ਨਾ ਕਿਸੇ ਨੂੰ ਲਾਂਭਾ, ਨਾ ਕੁਝ ਮੰਗਣ। ਭਾਵੇਂ ਜੈ ਰਾਮ ਖੁਸ਼ ਨੇ, ਪਰ ਗੁਰੂ ਸਾਹਿਬ ਦਾ ਹਾਲ ਨਹੀਂ ਵੇਖਿਆ ਜਾਂਦਾ। ਅੰਦਰ ਦੁੱਖ ਹੈ। ਜਿਨ੍ਹਾਂ ਨੂੰ ਕਦੇ ਕੀਮਤੀ ਪੋਸ਼ਾਕਾਂ 'ਚ ਵੇਖਿਆ, ਸੋਹਣੇ ਵਸਤਰਾਂ 'ਚ ਵੇਖਿਆ, ਸੋਹਣੇ ਸੋਹਣੇ ਕੱਪੜੇ ਜਿਨ੍ਹਾਂ ਦੇ ਅੱਗੇ ਪਿੱਛੇ ਸੀ, ਅੱਜ ਉਹ ਸਤਿਗੁਰਾਂ ਦੇ ਗਲ ਇੱਕੋ ਕੱਫਣੀ ਪਾਈ ਮੈਲ ਨਾਲ ਭਰੀ ਹੋਈ, ਪੈਰਾਂ ਵਿੱਚ ਜੋੜਾ ਨਹੀਂ ਹੈ, ਤੇ ਮਸਾਣਾ ਦੀ ਧੂੜ ਪਈ ਹੋਈ, ਕੋਈ ਖੇਡਦੇ ਹੈ ਨਹੀਂ। ਅੰਦਰੋਂ ਅੰਦਰ ਲੋਚਦੇ ਨੇ, ਮੈਂ ਮਰਦ ਨੂੰ ਕਿਵੇਂ ਬੇਨਤੀ ਕਰਾਂ, ਸੱਚੇ ਪਾਤਸ਼ਾਹ ਘਰ ਤੇ ਆ ਜਾਓ। ਪਰ ਫਿਲਹਾਲ ਹਿਸਾਬ ਕਿਤਾਬ ਦਾ ਜ਼ਿਕਰ ਹੈ, ਸਮਾਂ ਸਮਾਪਤ ਹੈ ਜੀ, ਜਿਵੇਂ ਹੋਊਗਾ। ਇਹ ਪ੍ਰਸੰਗ ਬੜੇ ਆਨੰਦਮਈ ਨੇ, ਬੜੀ ਕਿਰਪਾ ਵਾਲੇ ਆ, ਕਿਉਂਕਿ ਜਦੋਂ ਤੋਂ ਸਤਿਗੁਰ ਸੱਚਖੰਡ ਤੋਂ ਆਏ ਹਨ ਉਪਦੇਸ਼ ਲੈ ਕੇ, ਹੁਕਮ ਲੈ ਕੇ, ਉਦੋਂ ਤੋਂ ਮਰਦ ਨੇ ਆਪਣਾ ਸੁਭਾਅ, ਵਤੀਰਾ, ਹਾਲਾਤ ਸਭ ਕੁਝ ਬਦਲ ਲਿਆ। ਜਿਵੇਂ ਜਿਵੇਂ ਮਰਦ ਕਿਰਪਾ ਕਰਨਗੇ ਆਨੰਦ ਮਾਣਦੇ ਰਹਿਣਾ। ਵਾਹਿਗੁਰੂ ਵਾਹਿਗੁਰੂ।